ਲਵਪ੍ਰੀਤ ਉਹਦਾ ਹਸਬੈਂਡ ਹੀ ਨਹੀਂ ਹੈ। ਸੋ ਹੋਰ ਬੜੀਆਂ ਧਾਰਾ ਅਗਲੇ ਪ੍ਰੋਗਰਾਮ ਲਈ ਵੀ ਥੋੜ੍ਹੀਆਂ ਰੱਖ ਲਓ। ਸੋ ਦੱਸਾਂਗੇ, ਔਰ ਇਹਦੇ 'ਚ ਉਮਰ ਕੈਦ ਤੋਂ ਘੱਟ ਸਜ਼ਾ ਨਹੀਂ ਹੋਣੀ। ਬੜਾ ਵਧੀਆ ਸਵਾਲ ਪੁੱਛਿਆ ਤੁਸੀਂ। ਰਾਜ ਹੀ ਨਾ ਰਹਿੰਦੀ ਹੈ, ਦੱਸ ਦਈਏ ਦਰਸ਼ਕਾਂ ਨੂੰ। ਰੱਬ ਦੀ ਅਦਾਲਤ 'ਚ ਉਹਨੂੰ ਸਜ਼ਾ ਮਿਲਣੀ ਸ਼ੁਰੂ ਹੋ ਗਈ ਹੈ। ਤੁਸੀਂ ਇੱਕ ਹੋਰ ਗੱਲ ਮੇਰੇ ਦਰਸ਼ਕ ਧਿਆਨ ਦੇਣ, ਮੌਤ ਹੋਈ ਹੈ ਤੇਰੇ ਘਰ ਵਾਲੇ ਦੀ, ਤੂੰ ਇੰਡੀਆ ਨਹੀਂ ਉਤਰੀ, ਰਿਹਾ ਜਾਂਦਾ ਭਾਜੀ। ਤੇ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਵੈਰੀਫਿਕੇਸ਼ਨ ਕਰਦੇ ਹਾਂ, 70 ਸਾਲ ਦੀ ਲੇਡੀ ਨਾਲ ਵਿਆਹ ਕਰਾਇਆ ਉਸ 22 ਸਾਲ ਦੇ ਮੁੰਡੇ ਨੇ, ਤੇ ਉਹਦੇ ਵਾਸਤੇ ਉਹਦੇ ਕੋਲ ਅਜੂਬੇ 'ਚ ਸ਼ਾਮਲ ਹੋਣਾ ਚਾਹੀਦਾ। ਹਾਂਜੀ ਹਾਂਜੀ, ਇਹ 9ਵਾਂ ਅਜੂਬਾ ਬਣਾਵਾਂਗੇ, 8ਵਾਂ ਨਹੀਂ 9ਵਾਂ ਬਣਾਵਾਂਗੇ, ਜਾਂ 10 ਨੰਬਰੀ ਅਜੂਬਾ ਬਣਾਵਾਂਗੇ। ਹਾਂ, ਆਪਾਂ ਭਾਜੀ ਪ੍ਰੋਗਰਾਮ ਰੱਖੀਏ ਅਜੂਬਾ 10 ਨੰਬਰੀ, ਇਹ ਪ੍ਰੋਗਰਾਮ ਦਾ ਨਾਂ ਰੱਖੀਏ। ਇੱਦਾਂ ਦੇ ਕੇਸ ਡਿਸਕਸ ਕਰਿਆ। ਹਾਂ, ਇੱਦਾਂ ਦੇ ਕੇਸ ਮੈਂ ਤੁਹਾਡੇ ਨਾਲ ਡਿਸਕਸ ਕਰਿਆ ਕਰੂੰਗਾ। ਜਿੱਥੇ ਮੈਨੂੰ ਅਲਾਓ ਕਰਨਗੇ ਮੈਂ ਆਇਡੈਂਟੀਟੀ ਵੀ ਦੱਸੂੰਗਾ, ਜਿੱਥੇ ਅਲਾਓ ਕਰੋਗੇ ਆਇਡੈਂਟੀਟੀ ਨਹੀਂ ਵੀ ਦੱਸਾਂਗੇ। ਤਾਂ ਅਜੂਬਾ 10 ਨੰਬਰੀ, ਇਹ ਯਾਦ ਰੱਖਿਓ। ਆਪਾਂ ਕਰਦੇ ਹਾਂ ਸ਼ੁਰੂ। ਅਸੀਂ ਪੈਸਾ ਗਵਾਇਆ, ਅਸੀਂ ਸ਼ਦਾਈ ਵੀ ਬਣੇ, ਉੱਤੋਂ ਪੁਲਿਸ ਨੇ ਸਾਡੇ ਖਿਲਾਫ ਚੱਲਣਾ, ਪਰ ਅਸੀਂ ਹੱਕ ਲੈ ਕੇ ਰਵਾਂਗੇ, ਛੱਡਦੇ ਨਹੀਂ। ਲੱਗ ਜੂ ਟਾਈਮ ਜਿਹੜਾ ਲੱਗਣਾ। ਹੁਣ ਸਾਡਾ ਕੀ ਗਵਾਚਣਾ? ਪੈਸਾ ਗਵਾਚ ਗਿਆ, ਭਰਾ ਗਵਾਚ ਗਿਆ, ਕਰਜ਼ੇ ਥੱਲੇ ਅਸੀਂ ਆ ਗਏ, ਵਿਆਜ ਅਸੀਂ ਭਰਨਾ ਹੈ, ਹੋਰ ਅਸੀਂ ਕੀ ਗਵਾ ਲੈਣਾ? ਹੁਣ ਬਾਕੀ ਜੀ ਥੋੜ੍ਹੀ ਮਾਰ ਲੈਣੇ ਆ, ਹੱਕ ਲੈ ਕੇ ਛੱਡਾਂਗੇ। ਔਰ ਜਿੱਥੋਂ ਤੱਕ ਇਹ ਗੱਲ ਸੱਚਾਈ ਹੈ ਪਬਲਿਕ ਦੀ ਕਿ ਹੱਕ ਖੋਣਾ ਪੈਂਦਾ ਹੈ, ਇੱਥੇ ਨੌਕਰੀਆਂ ਹੈ ਨਹੀਂ, ਇੱਥੇ ਓਪਰਚੁਨਿਟੀਜ਼ ਖਤਮ ਹੋ ਗਈਆਂ, ਤੇ ਵਾਕਈ ਰਹਿਣ ਦਾ ਯਾਰ, ਜਦੋਂ ਸਾਡੇ ਮੇਰੇ ਵੀਰ ਜੀ ਸਾਡੇ ਨੇਤਾ ਅਭਿਨੇਤਾ ਬਣ ਚੁੱਕੇ ਨੇ, ਉਹ ਨੇਤਾ ਅਭਿਨੇਤਾ ਬਣ ਚੁੱਕੇ ਨੇ। ਕਹਿੰਦੇ ਜੀ ਇਹ ਤੇ ਜੁਮਲੇ ਨੇ ਜਿਹੜੇ ਅਸੀਂ ਚੁਣਾਵੀ ਜੁਮਲੇ ਨੇ, ਮਹਾਰਾਜ ਦੀ ਸਹੁੰ ਖਾ ਕੇ ਅਗਲੇ ਮੁੱਕਰੀ ਜਾਂਦੇ ਨੇ। ਲਾਹਨਤ ਇਹੋ ਜਿਹੇ ਬੰਦਿਆਂ ਤੇ ਕਿ ਤੁਸੀਂ ਮਹਾਰਾਜ ਨੂੰ ਵੀ ਇੰਨੇ ਨੀਚ ਹੋ ਗਏ ਤੁਸੀਂ ਕਿ ਮਹਾਰਾਜ ਦੀਆਂ ਵੀ ਸਹੁੰਆਂ ਖਾਣੀਆਂ ਸ਼ੁਰੂ ਕਰਤੀਆਂ, ਤੇ ਫਿਰ ਤੁਹਾਡੇ ਕੋਲ ਹੋਇਆ ਕੁਛ ਨਹੀਂ। ਪਾਵਰ ਹੈ ਉਹ। ਮੈਂ ਤਾਂ ਫਿਰ ਚੈਲੰਜ ਕਰਦਾ ਕਿ 24 ਘੰਟੇ ਦਾ ਸੀਐਮ ਬਣਾਇਆ ਸੀ ਨਾ ਅਨਿਲ ਕਪੂਰ ਨੂੰ, ਮੈਨੂੰ ਘੱਟੋ ਘੱਟ 24 ਮਹੀਨਿਆਂ ਦਾ ਬਣਾ ਦਿਓ। ਵੇਖੋ ਮੰਦਰ 'ਚੋਂ ਜੁੱਤੀਆਂ ਚੁੱਕੀਆਂ ਜਾਣ। ਇੰਟੈਂਸ਼ਨ ਹੋਣੀ ਚਾਹੀਦੀ ਕੰਮ ਕਰਨ ਦੀ, ਔਰ ਲਾਅ 'ਚ ਬੜੀਆਂ ਤਾਕਤਾਂ ਨੇ, ਪੋਸੀਬਲ ਹੈ। ਮੈਨੂੰ ਸੁਣਨ 'ਚ ਆਇਆ ਕਿ ਮੈਡਮ ਮਨੀਸ਼ਾ ਗੁਲਾਟੀ ਕੋਲ 30,000, ਫਿਰ ਕਹਿ ਰਿਹਾ 30,000 ਕੇਸਿਸ ਆਏ ਨੇ, ਸੁਣਨ 'ਚ ਆਇਆ। ਪੁੱਛਣਾ ਉਹਨਾਂ ਨੂੰ ਇਸ ਤੋਂ ਬਾਅਦ, ਜਦ ਕਿ ਮਿਨਿਸਟਰੀ ਦੇ ਆંકੜੇ 3,000 ਹੈ, 3600 ਟੋਟਲ ਹੈ, ਜਿਹਦੇ ਵਿੱਚੋਂ 3,000 ਇਕੱਲੇ ਪੰਜਾਬ ਦਾ ਹੈ। ਸੋ ਸੁਣਵਾਈ ਨਹੀਂ ਹੋ ਰਹੀ, ਪੈਰਵਾਈ ਨਹੀਂ ਹੋ ਰਹੀ, ਕਦੀ ਕੁਛ ਨਹੀਂ ਹੋ ਰਿਹਾ। ਜਦੋਂ ਆਪ ਜਾਂਦੇ ਰਹੋ ਧੱਕੇ ਖਾਂਦੇ ਰਹੋ, ਜਾਂਦੇ ਰਹੋ ਧੱਕੇ ਖਾਂਦੇ ਰਹੋ। ਔਰ ਇਹਦੇ ਸਾਰੇ ਕੰਮਾਂ 'ਚ ਹੁੰਦਾ ਕੀ ਹੈ? ਮੈਂ ਠੱਗਾਂ ਭਾਜੀ, ਮੈਂ ਮੁੰਡਾ ਵਿਆਹ ਕਰਾ ਕੇ ਕੁੜੀ ਕੋਲ ਪੈਸੇ ਲੈ ਕੇ ਭੱਜਿਆ, ਮੈਂ 40 ਲੱਖ ਖਾਧਾ, ਅਤੇ ਜੇ ਮੈਂ 3-4 ਲੱਖ ਖਰਚ ਕਰ ਦੂੰਗਾ ਫਰਕ ਕੀ ਪੈਣਾ? ਹੁਣ ਮੈਂ ਚੁਟਕਲਾ ਸੁਣਾਵਾਂ ਜਾਂ ਸੱਚਾਈ ਦੱਸਾਂ ਵੀ 10-20 ਰੁਪਏ 'ਤੇ ਬੰਦਾ ਵਿਕ ਜਾਂਦਾ। ਇੱਥੇ ਕੀਮਤ ਕੀ ਹੈ ਵਿਕਣ ਦੀ? ਜ਼ਮੀਰ ਤੇ ਮਰਿਆ ਪਿਆ। 10 20 50 100 'ਚ ਵਿਕ ਜਾਂਦਾ। ਕੋਈ ਜਿੰਨਾ ਵੱਡਾ ਓਨਾ ਮਹਿੰਗਾ ਵਿਕ ਜਾਂਦਾ ਹੈ। ਅਤੇ ਜਦੋਂ ਵਿਕੀ ਜਾਂਦੇ ਨੇ ਤੇ ਫਿਰ ਆਪਾਂ ਕਿਤੇ ਤੋਂ ਗੁਹਾਰ ਲਾਈਏ? ਫਿਰ ਅਦਾਲਤਾਂ ਹੀ ਬਚਦੀਆਂ, ਫਿਰ ਅਦਾਲਤਾਂ ਸਮਾਂ ਲੱਗਦਾ। ਉਦੋਂ ਤੱਕ ਬੰਦੇ ਦੀ ਉਮਰ ਲੰਘ ਰਹੀ ਹੁੰਦੀ ਹੈ, ਉਹ ਫਰਸਟ੍ਰੇਟ ਹੋ ਜਾਂਦਾ। ਫਿਰ ਲੋਕ ਅਦਾਲਤ ਨੂੰ ਗਾਲ ਕੱਢਦੇ ਨੇ, ਜਦ ਕਿ ਉਹ ਗਲਤ ਹੈ। ਜੇ ਅਦਾਲਤ ਕੋਲ ਸਹੀ ਸੂਚਨਾ ਸਹੀ ਟਾਈਮ 'ਤੇ ਪਹੁੰਚ ਜਾਏ, ਪੁਲਿਸ ਆਪਣਾ ਰੋਲ ਨਿਭਾ ਦੇ, ਬਾਕੀ ਏਜੰਸੀਆਂ ਆਪਣਾ ਰੋਲ ਨਿਭਾ ਦੇਣ, ਜਾਓ। ਮੈਂ ਤੁਹਾਨੂੰ ਆਪਣੇ ਕੋਰਟ ਕੇਸ ਦਿਖਾਉਣਾ ਜਿੱਥੇ ਵੀਕਲੀ ਡੇਟਾਂ ਪੈਂਦੀਆਂ ਪਈਆਂ, 3-3 ਦਿਨਾਂ ਦੀ ਡੇਟ ਪੈਂਦੀ ਹੈ। ਅਦਾਲਤਾਂ ਕਿਸੇ ਪਾਸਿਓਂ ਪਿੱਛੇ ਨਹੀਂ। ਪਿੱਛੇ ਕਿਦੋਂ ਹੁੰਦੀਆਂ? ਜਦੋਂ ਇਹੋ ਜਿਹਾ ਪੰਗਾ ਪੈਂਦਾ, ਜਦੋਂ ਉਹਨਾਂ ਕੋਲ ਸੂਚਨਾ ਹੀ ਨਹੀਂ ਪਹੁੰਚਣੀ। ਤੇ ਅਦਾਲਤ ਨੇ ਕਦੀ ਵੀ ਇੱਕ ਤਰਫਾ ਫੈਸਲਾ ਨਹੀਂ ਕਰਨਾ, ਉਹਨੇ ਦੂਜਾ ਪੱਖ ਲੈਣਾ ਹੀ ਲੈਣਾ। ਹੁਣ ਦੂਜਾ ਪੱਖ ਬੇਈਮਾਨ ਹੈ, ਉਹ ਕਦੀ ਡੇਟ 'ਤੇ ਨਹੀਂ ਪਹੁੰਚ ਰਿਹਾ, ਕਦੀ ਜਾਣ ਕੇ 4 ਵਜੇ ਪਹੁੰਚ ਰਿਹਾ, ਕਦੀ ਉਹ ਬਿਮਾਰ ਦੀ ਚਿੱਠੀ ਭੇਜ ਰਿਹਾ। ਅਦਾਲਤਾਂ ਕਹਿੰਦੀਆਂ ਕੋਈ ਨਹੀਂ ਪੁੱਤ, ਕਿੰਨਾ ਕੁ ਦੜਾਏਗਾ? ਉਹ ਬੰਦੇ ਜਿਹੜੇ ਬੇਈਮਾਨ ਹੈ, ਚੋਰ ਹੈ, ਡਾਕੂ ਹੈ, ਇਸ ਤਰ੍ਹਾਂ ਦੇ ਕਿਸਮ ਦੇ ਬੰਦੇ ਨੇ, ਉਹ ਕੋਰਟ ਨੂੰ ਵੀ ਗੁੰਮਰਾਹ ਕਰਦੇ ਨੇ, ਪਰ ਅਲਟੀਮੇਟਲੀ ਫਸ ਜਾਂਦੇ ਨੇ। ਪਰ ਹੁੰਦਾ ਕਿ ਮੇਰੇ ਵਰਗਾ ਤਾਂ ਕੋਈ ਸ਼ਦਾਈ ਘੱਟ ਹੀ ਲੱਭਦੇ ਆ। ਮੈਂ 20 ਰੁਪਏ ਪਿੱਛੇ 13 ਸਾਲ ਲੜਾਈ ਲੜੀ। ਹਾਂਜੀ, ਮੈਂ ਨਹੀਂ ਥੱਕਿਆ, ਮੈਂ ਵੀ ਨਹੀਂ ਥੱਕਿਆ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਚੰਡੀਗੜ੍ਹ ਅੰਮ੍ਰਿਤਸਰ ਜਾਂਦਾ ਸੀ। ਉਹ ਵੀ ਤੁਹਾਡਾ ਹਾਈ ਪ੍ਰੋਫਾਈਲ ਕੇਸ ਹੈ, 20 ਰੁਪਏ ਪਿੱਛੇ ਤੁਸੀਂ ਭਾਜੀ ਵਕੀਲ ਹੀ ਮੈਨੂੰ ਉਸ ਪਟਵਾਰੀ ਨੇ ਬਣਾਇਆ। ਮੈਂ ਇੰਜੀਨੀਅਰ ਗ੍ਰੈਜੂਏਟ ਹਾਂ, ਮੈਂ ਐਰੋਨੋਟੀਕਲ ਇੰਜੀਨੀਅਰਿੰਗ ਕੀਤੀ ਹੈ, ਉਸ ਤੋਂ ਬਾਅਦ ਬੀਟੈਕ ਕੀਤੀ ਹੈ, ਫਿਰ ਮੈਂ MBA ਕੀਤੀ ਹੈ, ਫਿਰ ਉਸ ਤੋਂ ਬਾਅਦ ਮੈਂ LLB ਵੀ ਕੀਤੀ ਹੈ, ਮਾਸਟਰਸ ਆਫ ਲਾਅ ਕੀਤੀ ਹੈ, ਉਸ ਤੋਂ ਬਾਅਦ
ਐਮਏ ਪੁਲਿਸ ਐਡਮਿਨਿਸਟ੍ਰੇਸ਼ਨ ਕੀਤੀ ਹੈ। ਹੁਣ ਮੈਂ PhD ਦੀ ਤਿਆਰੀ ਕਰ ਰਿਹਾ। ਪੜ੍ਹਾਈ ਦਾ ਸ਼ੌਂਕ ਹੈ ਮੈਨੂੰ। ਮੇਰੇ ਮਦਰ ਟੀਚਰ ਸੀ, ਫਾਦਰ ਸਾਹਿਬ ਡਾਕਟਰ ਰਹੇ ਨੇ। ਸੋ ਮੈਨੂੰ ਸ਼ੌਂਕ ਸੀ, ਸ਼ੌਂਕ ਹੈ ਹੁਣ ਵੀ ਸਾਡੀ ਦੋਸਤਾਂ ਦੀ ਇੱਕ ਕਮਿਊਨਿਟੀ ਕਲਾਸ ਬਣਾਈ ਹੋਈ ਹੈ। ਅਸੀਂ 15-20 ਦਿਨ ਬਾਅਦ ਬਹਿ ਕੇ ਪੜ੍ਹਦੇ ਹਾਂ। ਈਵਨ ਮੇਰੇ ਜੂਨੀਅਰ ਸਟਾਫ ਨਾਲ ਅਸੀਂ ਬਹਿ ਕੇ ਪੜ੍ਹਦੇ ਹਾਂ। ਲਾਅ ਤੇ ਐਂਡਲੈਸ ਸਾਡੀ ਪ੍ਰੈਕਟਿਸ ਹੈ, ਸਾਨੂੰ ਪਰਫੈਕਟ ਹੁੰਦਾ ਹੀ ਨਹੀਂ, ਅਸੀਂ ਠੇਕੇਦਾਰ ਬਣ ਹੀ ਨਹੀਂ ਸਕਦੇ। ਸੋ ਉਸ ਪਟਵਾਰੀ ਨੇ ਮੇਰੇ ਘਰ ਦੀ ਜਾਲੀ ਫਰਦ ਤਿਆਰ ਕਰਕੇ ਦਿੱਤੀ। ਅੱਛਾ ਜੀ। ਉਹ ਫਰਦ ਦੇ ਉੱਤੇ 10 ਰੁਪਏ ਸਰਕਾਰੀ ਫੀਸ ਸੀ, ਠੀਕ ਹੈ ਜੀ। ਉਹ ਉਹਨੇ ਜਮ੍ਹਾਂ ਨਹੀਂ ਕਰਾਈ। ਅੱਛਾ ਜੀ। ਪਹਿਲਾਂ ਜਿਹੜੀ ਉਹਨੇ ਜਾਲੀ ਫਰਦ ਤਿਆਰ ਕੀਤੀ ਉਹਦੇ ਤੇ ਮੈਂ ਇੱਕ ਪਰਚਾ ਦਰਜ ਕਰਾਇਆ। ਉਹਦਾ ਨੰਬਰ ਹੈ 304/10, ਥਾਣਾ ਸਿਵਲ ਲਾਈਨ ਅੰਮ੍ਰਿਤਸਰ, ਠੀਕ ਹੈ। 2010 'ਚ ਹੋਇਆ ਸੀ। ਅੱਛਾ ਜੀ। ਤੇ ਉਹਦੇ ਤੇ 420, 467, 468, 471, 120 ਵੀ ਲੱਗੀ ਸੀ। ਉਹਦੇ ਵਿੱਚ ਜਿਸ ਬੰਦੇ ਨੇ ਈਵਨ ਮੇਰਾ ਖਰੀਦਿਆ ਸੀ ਅੱਛਾ ਘਰ, ਉਹ ਬੰਦੇ ਨੂੰ ਵੀ ਮੈਂ ਜਦੋਂ ਰੋਪ ਇਨ ਕੀਤਾ ਤੇ ਉਸ ਬੰਦੇ ਨੇ ਨਾ ਕਹਿਤਾ ਜੀ ਮੈਂ ਤੇ ਬੋਨਾਫਾਈਡ ਪਰਚੇਜ਼ਰ ਹਾਂ। ਅੱਛਾ ਜੀ। ਤੇ ਪਰ ਮੈਂ ਫਿਰ ਕਹਾਂਗਾ ਸਾਰੀ ਪੁਲਿਸ ਮਾੜੀ ਨਹੀਂ ਭਾਜੀ। ਹਾਂਜੀ। ਜਦੋਂ ਉੱਥੇ ਦੇ ਜਿਹੜਾ ਆਈਓ ਸੀ, ਮੈਂ ਉਹਨਾਂ ਦਾ ਨਾਂ ਲਊਂਗਾ, ਮੈਂ ਵਿਦ ਡਿਊ ਰਿਸਪੈਕਟ ਸ੍ਰੀ ਤਰਸੇਮ ਸਿੰਘ ਜੀ, ਠੀਕ ਹੈ। ਉਹਨਾਂ ਨੇ ਵੇਖਿਆ ਵੀ ਇਹ ਮੁੰਡੇ ਨਾਲ ਧੱਕਾ ਹੋ ਗਿਆ। ਕਹਿੰਦੇ ਮੇਰਾ ਵੀਰ ਮੈਂ ਤੇਰੀ ਮਦਦ ਕਰੂੰਗਾ ਜੋ ਮੇਰੇ ਕਾਨੂੰਨ ਦੇ ਦਾਇਰੇ 'ਚ ਰਹਿੰਦੀ ਹੈ, ਥੋੜ੍ਹੀ ਜਿਹੀ ਤੂੰ ਮੇਰੀ ਮਦਦ ਕਰ ਦੇ, ਮੇਰੇ ਵੀ ਕਿਤੇ ਹੱਥ ਬੰਨੇ ਆ, ਦੌੜ ਭੱਜ ਤੂੰ ਕਰ ਦੇ ਤੇ ਮੈਂ ਤੇਰੀ ਕਾਨੂੰਨੀ ਪੱਖ ਤੋਂ ਮਦਦ ਕਰਾਂਗਾ। ਉਹਨਾਂ ਨੇ ਸੱਚ ਨਾਲ ਪੂਰੀ ਇਮਾਨਦਾਰੀ ਨਾਲ 1 ਰੁਪਈਆ ਨਹੀਂ ਮੇਰੇ ਕੋਲ ਲਿਆ। ਠੀਕ ਹੈ। ਰੱਬ ਦੀ ਹਾਜ਼ਰ ਰੱਖ ਕੇ ਇੰਨੀ ਗੱਲ ਕਰਨਾ, ਜੇ ਮੈਂ ਸ਼ੁਰੂ 'ਚ ਦੇਣ ਦੀ ਵੀ ਕੋਸ਼ਿਸ਼ ਕੀਤੀ, ਕਹਿੰਦੇ ਪੁੱਤ ਤੇਰੇ ਕੋਲ ਨਹੀਂ ਲੈਣਾ, ਤੂੰ ਬੰਦਾ ਜੈਨੂਨ ਹੈ, ਤੇਰੇ ਨਾਲ ਵਾਕਈ ਧੱਕਾ ਹੋਇਆ। ਮੇਰਾ ਘਰ ਬਾਰ ਹੀ ਲੁੱਟਿਆ ਗਿਆ ਸੀ। ਅੱਛਾ ਜੀ। ਉਹਨਾਂ ਨੇ ਮੇਰੀ ਮਦਦ ਕੀਤੀ। ਫਿਰ ਮੈਂ ਉਹਨਾਂ ਨੂੰ ਇੱਕ ਸਲਾਹ ਦਿੱਤੀ, ਬੀਇੰਗ ਇੰਜੀਨੀਅਰ ਮਾਈਂਡ, ਟੈਕਨੀਕਲ ਮਾਈਂਡ। ਮੈਂ ਕਿਹਾ ਭਾਜੀ ਆ ਜਿਹੜਾ ਸਰਬਜੀਤ ਸਿੰਘ ਦੋਸ਼ੀ ਹੈ, ਵਡਾਲਾ ਵਿਰਮ ਪੰਜਾਬ ਦੇ ਕੋਲ, ਅੰਮ੍ਰਿਤਸਰ ਦੇ ਕੋਲ, ਮੋਗੇ ਹਲਕੇ 'ਚ ਆਉਂਦਾ, ਠੀਕ ਹੈ। ਇਹਨੇ ਜਿਹੜੀ ਪਰਚੇਜ਼ ਕੀਤੀ ਹੈ, ਇਹਨੇ ਪੁਲਿਸ ਨੂੰ, ਤੁਹਾਡੇ ਤੋਂ ਵੱਡੇ ਅਫਸਰਾਂ ਨੂੰ ਜਿੱਦਾਂ ਮਰਜ਼ੀ ਪਰਚਾ ਕੇ ਆਪਣਾ ਨਾਂ ਕਢਾਇਆ। ਠੀਕ ਹੈ ਜੀ। ਪਰ ਇਸ ਬੰਦੇ ਦਾ ਕੁਛ ਨਾ ਕੁਛ ਲੱਭ ਸਕਦਾ ਹੈ। ਮੈਂ ਮਿਹਨਤ ਕਰਦਾ, ਤੁਸੀਂ ਵੀ ਕਰੋ। ਕਹਿੰਦੇ ਕੀ ਕਰਾਂ? ਮੈਂ ਕਿਹਾ ਜੀ ਕੁਝ ਬੈਂਕਾਂ ਨੂੰ, ਜਿਹੜੇ ਮੁੱਖ ਦੋਸ਼ੀ ਸੀ ਸ਼ਾਲਿਨੀ ਨੰਦਾ, ਮਨੀਸ਼ ਨੰਦਾ, ਉਹਨਾਂ ਦੇ ਬੈਂਕ ਰਿਕਾਰਡ ਮੰਗਾਈਏ ਆਪਾਂ। ਠੀਕ ਹੈ ਜੀ। ਅਸੀਂ 9 ਬੈਂਕਾਂ ਨੂੰ ਨੋਟਿਸ ਕੱਢਤੇ ਜੀ। ਹਵਾ 'ਚ ਕਹੂੰਗਾ, ਹਵਾ 'ਚ ਤੀਰ ਲਾਏ। ਠੀਕ ਹੈ ਜੀ। ਕਹਿੰਦੇ ਸੁਨੀਲ ਬੜਾ ਔਖਾ ਹੈ। ਮੈਂ ਕਿਹਾ ਕੋਈ ਗੱਲ ਨਹੀਂ ਭਾਜੀ। ਮੈਂ ਵੀ ਉਹਨਾਂ ਨੂੰ ਟੈਕਨੀਕਲ ਥੋੜ੍ਹੀ ਜਿਹੀ ਮਦਦ ਕੀਤੀ, ਉਹਨਾਂ ਨੇ ਲੀਗਲ ਮਦਦ ਕੀਤੀ, ਆਪਾਂ ਦੋਵਾਂ ਨੇ ਮਿਲ ਕੇ ਹਾਂਜੀ। ਬੈਂਕਾਂ ਨੂੰ ਨੋਟਿਸ ਡਿਲੀਵਰ ਕਰਤੇ ਜੀ। ਠੀਕ ਹੈ ਜੀ। ਭਾਜੀ ਬੈਂਕਾਂ ਤੋਂ ਸਾਨੂੰ ਕੋਈ 5-6 ਹਜ਼ਾਰ ਕਾਗਜ਼ ਮਿਲ ਗਏ। ਅੱਛਾ ਜੀ। ਉਹਦੇ ਵਿੱਚ ਜਿਹੜੇ ਮੁੱਖ ਦੋਸ਼ੀ 2 ਸੀ ਜਿਨ੍ਹਾਂ ਨੇ ਰਜਿਸਟਰੀ ਅੱਗੇ ਕੀਤੀ ਸੀ, ਉਹ ਸਰਬਜੀਤ ਸਿੰਘ ਉਹਨਾਂ ਦਾ ਗਰੰਟਰ ਟੱਕਰ ਗਿਆ ਸਾਨੂੰ। ਅੱਛਾ ਜੀ। ਤਾਂ ਜੀ ਤੁਸੀਂ ਮੈਨੂੰ ਜਾਣਦੇ ਹੋ, ਪਿਛਲੇ 3-4 ਦਿਨ ਤੋਂ ਜਾਂ ਟੀਵੀ 'ਚ ਮੈਨੂੰ ਵੇਖਿਆ। ਹਾਂਜੀ। ਕਿਆ ਤੁਸੀਂ ਮੇਰੀ 25 ਲੱਖ ਦੀ ਗਰੰਟੀ ਭਰ ਦੋਗੇ? ਨਹੀਂ। ਵੇਖ ਲਓ, ਵਕੀਲ ਕੋਈ ਨਹੀਂ ਆ, ਭਰ ਭੱਜਦਾ ਨਹੀਂ ਮੈਂ, ਪੈਸੇ ਦੇ ਦੂੰ। ਚੈਨਲ ਤੇ ਬੈਠਾ ਸ਼ਰੇਆਮ ਕਹਿਣਾ ਪੈਸੇ ਦੇ ਦੂੰ, ਫਿਰ ਵੀ ਭਰੋਗੇ? ਕੋਈ ਨਹੀਂ ਭਰਦਾ ਜੀ। ਨਹੀਂ ਭਰੋਗੇ, ਨਹੀਂ ਦੋਗੇ ਆਪਣਾ ਆਈਡੀ। ਤੇ ਜੇ ਤੁਸੀਂ ਮੇਰੀ 25 ਲੱਖ ਦੀ, ਹੁਣ ਤੇ ਮੈਂ ਕਹਿ ਸਕਦਾ ਕਿ ਨੈਸ਼ਨਲ ਇੰਟਰਨੈਸ਼ਨਲ ਲੋਕ ਮੈਨੂੰ ਜਾਣਦੇ ਨੇ। ਮੈਂ ਵਾਅਦਾ ਕਰ ਰਿਹਾ ਚੈਨਲ ਤੇ ਬਹਿ ਕੇ, ਫਿਰ ਵੀ ਤੁਸੀਂ ਡਰ ਰਹੇ ਹੋ ਸਹੀ ਗੱਲ ਕਿ ਵਕੀਲ ਬੰਦਾ ਪਤਾ ਨਹੀਂ ਮੇਰੇ ਪੈਸੇ ਮਾਰ ਲਏ ਜਾਂ ਮੈਨੂੰ ਚੱਕਰਾਂ 'ਚ ਪਾ ਦੇ। ਤੇ ਜਦੋਂ ਤੁਸੀਂ 25 ਲੱਖ ਦੀ ਗਰੰਟਰ ਬਣ ਗਏ ਕਿਸੇ ਦਾ, ਹਾਂਜੀ, ਇਹਦਾ ਮਤਲਬ ਉਹ ਕਹਿੰਦੇ ਨਾ ਘੱਗਰੀ ਦਾ ਸਾਖ ਹੈਗਾ। ਫਿਰ ਸਹੀ ਗੱਲ। ਦੇਸੀ ਕਹਾਵਤ ਬੋਲਦਾ। ਹਾਂਜੀ ਹਾਂਜੀ। ਤੇ ਕੋਈ ਇਹੋ ਜਿਹਾ ਸਾਖ ਹੈਗਾ ਜਿਹਦੇ ਕਰਕੇ ਤੁਸੀਂ 25 ਲੱਖ ਦੇ ਗਰੰਟਰ ਬਣੇ ਹੋ। ਉੱਥੋਂ ਫਿਰ ਉਹ ਬੰਦੇ ਨੂੰ ਹੁਣ 2018 ਤੇ 19 'ਚ ਅੱਛਾ ਜੀ। ਦੁਬਾਰਾ ਦੋਸ਼ੀ ਬਣਾ ਕੇ ਉਹਨੂੰ ਅਰੈਸਟ ਕਰਾਇਆ ਮੈਂ। ਅੱਛਾ ਜੀ। ਵੇਖੋ 2003 'ਚ ਘਪਲਾ ਆਇਆ, ਅੱਛਾ ਜੀ। 2007-8 'ਚ ਮੈਨੂੰ ਪਤਾ ਲੱਗਾ, 2010 'ਚ ਮੈਂ ਪਰਚਾ ਦਰਜ ਕਰਾਉਣਾ। 2010 ਤੋਂ ਬਾਅਦ ਮੈਂ ਸੋਚ ਲੈਣਾ ਕਿ ਮੈਂ ਵਕਾਲਤ ਕਰਨੀ ਹੈ। 2010 'ਚ ਮੈਂ ਵਕਾਲਤ ਕਰਦਾ, 13 'ਚ ਮੈਂ ਪਾਸ ਆਊਟ ਹੁੰਨਾ। ਕੰਮ ਛੱਡਤਾ ਸੀ, ਮੈਂ ਵਕਾਲਤ ਵਾਲੇ ਪਾਸੇ ਤੁਰ ਪਿਆ ਸੀ। ਠੀਕ ਹੈ। ਵਕਾਲਤ ਕਰਕੇ ਫਿਰ ਮੈਂ ਕੇਸ ਲੜਦਾ। ਹੁਣ ਮੈਂ ਆਪਣਾ ਕੇਸ ਆਪ ਵੀ ਲੜਦਾ, ਪਲੱਸ ਮੇਰੇ ਇੱਕ ਬੜੇ ਦੋਸਤ ਹੈ ਵਧੀਆ, ਸ਼੍ਰੀ ਸੰਜੇ ਕਪੂਰ ਜੀ ਅੰਮ੍ਰਿਤਸਰ, ਉਹ ਨੇ ਮੇਰੇ ਵਕੀਲ ਸਾਹਿਬ ਉੱਥੇ, ਪਲੱਸ ਸ਼੍ਰੀ ਰਮੇਸ਼ ਚੌਧਰੀ ਸਰ ਹੈ, ਬੜੇ ਸੀਨੀਅਰ ਹੈ ਮੇਰੇ ਮਦਰ ਦੇ ਹੁੰਦੇ ਆ, ਜਿਹੜੇ ਜਿਨ੍ਹਾਂ ਨੂੰ ਕਰ ਗਏ ਸੀ, ਮੈਂ ਉਹਨਾਂ ਨੂੰ ਨਾਲ ਰੱਖਿਆ। ਉਹ ਸਗੋਂ ਮੈਨੂੰ ਕਹਿੰਦੇ ਵੀ ਹੁਣ ਤੇ ਤੂੰ ਵਕੀਲ ਬਣ ਗਿਆ, ਆਪਣਾ ਕੇਸ ਲੜਦਾ। ਮੈਂ ਕਿਹਾ ਨਹੀਂ, ਮੈਂ ਇਮੋਸ਼ਨਲ ਹੋ ਜਾਵਾਂਗਾ, ਤੁਸੀਂ ਮੇਰਾ ਕੰਮ ਕਰੋ। ਬੜੇ ਸੀਨੀਅਰ ਨੇ ਮੇਰੇ ਤੋਂ, ਬੜੀ ਅੱਛੀ ਗਾਈਡੈਂਸ ਦਿੰਦੇ ਆ, ਮੈਂ ਸਪੋਰਟ ਸਟਾਫ 'ਚ। ਸੋ ਕਹਿਣ ਦਾ ਭਾਵ ਹੈ ਕਿ ਅੱਜ 21 ਹੋ ਗਿਆ, 18 ਸਾਲ ਹੋ ਗਏ ਮੈਨੂੰ ਕੇਸ ਲੜਦੇ ਨੂੰ। ਤੇ ਮੈਨੂੰ ਤੇ ਇਸੇ ਕੇਸ ਨਹੀਂ, ਉਹਦੇ ਵਿੱਚ ਪਟਵਾਰੀ ਨੇ ਜਿਹੜੀ ਫਿਰ 10 ਰੁਪਏ ਫੀਸ ਸੀ ਫਰਦ ਦੀ, ਉਹ ਜਮ੍ਹਾਂ ਨਹੀਂ ਸੀ ਕਰਾਈ, ਤੇ ਮੈਂ RTI ਪਾਤੀ ਕਿ ਆਹ ਜਿਹੜੀ ਫਰਦ ਜਾਰੀ ਹੋਈ, ਕਿਉਂਕਿ ਸਾਬਤ ਕਰਨਾ ਸੀ ਉਹ ਵੀ ਸਹੀ ਹੈ ਕਿ ਗਲਤ ਹੈ। ਸੋ ਉਹਦੇ ਵਿੱਚ ਸ਼ਾਰਟਕਟ 'ਚ ਗੱਲ ਦੱਸਾਂ ਕਿ ਮੈਨੂੰ ਤਹਿਸੀਲਦਾਰ ਨੇ ਲਿਖ ਕੇ ਦੇ ਦਿੱਤਾ ਸੀ, 409 ਦੇ ਪਰਚੇ ਦੀ ਐਪਲੀਕੇਸ਼ਨ ਦੇ ਦਿੱਤੀ। ਉਹਦੇ ਤੇ ਫਿਰ ਇੱਕ ਹੋਰ ਪਰਚਾ ਦਰਜ ਹੋ ਗਿਆ 506/12, ਉਹਦੇ ਵਿੱਚ ਉਹਦੀ ਗ੍ਰਿਫਤਾਰੀ ਹੋਈ ਔਰ ਸਾਰਾ ਪ੍ਰੋਸੈਸ ਚੱਲਿਆ। ਬੜੇ ਧੱਕੇ ਹੋਏ, ਕਦੀ ਅਗਲੇ ਇੱਕ ਪ੍ਰੋਗਰਾਮ ਉਸੇ ਇਕੱਲੇ ਤੇ ਕਰ ਦਾਂਗੇ, ਉਹਦੇ ਵੀ ਲਕੂਨੇ ਦੱਸਾਂਗੇ। ਪਰ ਗੱਲ ਮੈਂ ਕਹਿਣ ਦੀ ਗੱਲ ਹੈ ਕਿ ਮੇਰੇ ਅੰਦਰ ਜਿਗਰਾ ਸੀ, ਮੇਰੇ ਕੋ ਵੀ ਗਵਾਨ ਨੂੰ ਕੁਛ ਨਹੀਂ ਸੀ ਹੋ ਰਹਿ ਗਿਆ। ਮੇਰਾ ਤਾਂ ਘਰ ਬਾਰ ਲੁੱਟਿਆ ਗਿਆ, ਜਾ ਚੁੱਕਾ ਸੀ, ਮੈਂ ਤਾਂ ਸੜਕ ਤੇ ਆ ਚੁੱਕਾ ਸੀ। ਇਸ ਤੋਂ ਅੱਗੇ ਕੀ ਸੀ?
ਪੈਸੇ ਕਮਾਉਣੇ ਆ ਤੇ ਖਰਚ ਕਰਨੇ ਆ, ਦੌੜ ਭੱਜ ਕਰਨੀ ਥਾਣੇ ਕਚਹਿਰੀਆਂ 'ਚ, ਤੇ ਆਪਾਂ ਥਾਣੇ ਕਚਹਿਰੀ ਵਾਲਾ ਕੋਟ ਹੀ ਪਾ ਲਿਆ, ਫਿਰ ਕਾਲਾ ਕੋਟ ਹੀ ਪਾ ਲਿਆ ਵੀਰ ਨੇ, ਇਹ ਸੋਚ ਕੇ ਕਿ ਹੁਣ ਲੜਾਈ ਵੀ ਲੜਾਂਗੇ ਤੇ ਲੋਕਾਂ ਦੀਆਂ ਲੜਾਈਆਂ ਲੜਾਂਗੇ। ਔਰ ਅੱਜ ਵੀ ਮੇਰੇ ਅੰਦਰ ਇੱਕ ਕਮਜ਼ੋਰੀ ਹੈ, ਬੜੀ ਤਗੜੀ ਕਮਜ਼ੋਰੀ ਹੈ, ਮੈਂ ਇਮੋਸ਼ਨਲ ਹੋ ਜਾਂਦਾ ਲੜਾਈ ਲੜਨ ਲੱਗਾ। ਮੈਨੂੰ ਉਹ ਪੀੜ ਮਹਿਸੂਸ ਹੁੰਦੀ ਹੈ ਜਿਹੜਾ ਸਪੀਡ ਲੈ ਕੇ ਸਾਹਮਣੇ ਆਇਆ। ਅੱਜ ਇੱਕ ਲੜਕੀ ਆਈ ਹੈ, ਗੀਤਾ ਉਹਦਾ ਨਾਮ ਹੈ, ਉਧਰ ਪਟਿਆਲਾ ਸਮਾਣਾ ਵਾਲੇ ਪਾਸੇ ਤੋਂ, ਉਹ ਵਿਚਾਰੀ ਮੇਰੇ ਨਾਲ ਗੱਲ ਕਰਦੀ ਰਹੂਗੀ। ਮੈਂ ਕਿਹਾ ਯਾਰ ਭੈਣੇ ਤੂੰ ਟੈਨਸ਼ਨ ਨਾ ਲੈ, ਜਿੰਨੇ ਪੈਸੇ ਹੋਣਗੇ ਦੇ ਦੀ, ਨਹੀਂ ਹੋਣਗੇ ਨਾ ਦੇਈ, ਮੇਰੇ ਨਾਲ ਬੇਈਮਾਨੀ ਨਾ ਕਰੀ। ਉਹਦਾ ਹਸਬੈਂਡ UK ਹੈ, ਉਹਨੇ ਕੁਝ ਘਪਲੇ ਕੀਤੇ ਨੇ, ਬੜਾ ਕੁਝ ਗੜਬੜ ਕੀਤੀ ਹੈ, ਉਹਦੇ ਕੇਸ ਤੇ ਹੁਣ ਅਸੀਂ ਉਹਦੀ ਮਦਦ ਕਰਨ ਲੱਗੇ ਹਾਂ, ਤੇ ਜੋ ਹੋਏਗਾ ਪਰਮਾਤਮਾ ਨੇ ਕਰਨਾ ਹੈ, ਆਪਾਂ ਤੇ ਐਫਰਟ ਕਰਨੀ ਹੈ। ਨਾਮ ਡਿਸਕਲੋਜ਼ ਨਹੀਂ ਕਰਾਂਗੇ ਇੱਥੇ। ਪਤਾ ਲੱਗਿਆ ਕਿ ਸੱਚਾਈ ਦੇ ਲਈ ਇੱਕ ਵੱਡੇ ਮੀਡੀਆ ਗਰੁੱਪ ਦੇ ਵੀ ਖਿਲਾਫ ਜਾ ਰਹੇ ਹੋ ਤੁਸੀਂ। ਹਾਂ ਨਹੀਂ, ਮੈਂ ਨਾਂ ਲੈ ਲੈਣਾ, ਪਰ ਅੱਜ ਨਾਂ ਲਈਏ, ਮੈਨੂੰ ਇੱਕ ਵਾਰੀ ਵਕਾਲਤਨਾਮਾ ਸਾਈਨ ਹੋ ਕੇ ਆ ਲੈਂਦੋ। ਸੋ ਕਮ ਔਨ ਬੇਬੀ, ਆਈ ਐਮ ਕਮਿੰਗ, ਬਹੁਤ ਜਲਦੀ ਆ ਰਿਹਾ ਮੈਂ। ਸਮਝ ਹੀ ਗਏ ਹੋਣਗੇ ਵੈਸੇ ਪਤਾ ਇਸ਼ਾਰੇ ਨਹੀਂ ਤੋਂ। ਮੈਂ ਤੇ ਵੈਸੇ ਹੀ ਗੱਲ ਕੀਤੀ ਹੈ ਵੀ ਕਮ ਔਨ ਬੇਬੀ, ਆਈ ਐਮ ਕਮਿੰਗ। ਤੇ ਇੱਕ ਸਰ ਗੱਲ, ਜਿਵੇਂ ਕਿ ਆਪਾਂ ਸ਼ੁਰੂ 'ਚ ਵੀ ਗੱਲ ਕੀਤੀ ਹੈ, ਤੁਸੀਂ ਵੀ ਸ਼ੁਰੂਆਤ 'ਚ ਜਜ਼ਬਾਤੀ ਹੋ ਗਏ। ਸਾਨੂੰ ਜਿੰਨੀ ਆਡੀਅנס ਦੇਖਦੀ ਹੈ, ਹਰ ਇੱਕ ਦਾ ਇੱਕ ਸਵਾਲ ਜੋ ਕਾਮਨ ਹੈ, ਹਰ ਕੋਈ ਪੁੱਛਦਾ ਕਿ ਬੇਅੰਤ ਕੌਰ ਨੂੰ ਡਿਪੋਰਟ ਕਰੋ, ਬੇਅੰਤ ਕੌਰ ਕਦੋਂ ਡਿਪੋਰਟ ਹੋਊਗੀ, ਬੇਅੰਤ ਕੌਰ ਕਿਵੇਂ ਡਿਪੋਰਟ ਹੋਊਗੀ। ਉਹ ਤੇ ਜ਼ਰੂਰ ਦੱਸੋ ਕਿੰਨਾ ਟਾਈਮ ਲੱਗੂ, ਕਿਹੜੇ ਕਿਹੜੇ ਰਸਤੇ ਨੇ। ਡਿਪੋਰਟ 100% ਹੋਏਗੀ, ਪਹਿਲੀ ਗੱਲ। ਹੁਣ ਉਹਦੇ 'ਚ ਪਹਿਲਾਂ ਮੈਂ ਦੋ ਪਹਿਲੂ ਦੱਸਦਾ। ਪਹਿਲੀ ਗੱਲ, ਮੈਂ ਬੇਅੰਤ ਕੌਰ ਵੱਲੋਂ ਗੱਲ ਕਰਦਾ ਕਿ ਉਹ ਅਸਾਈਲਮ ਲੈ ਲੇਗੀ, ਇਹ ਕਰੇਗੀ, ਉਹ ਕਰੇਗੀ, ਜਿੰਨੇ ਉਹਦੇ ਕੋਲ ਰਾਈਟਸ ਨੇ ਡੈਫੀਨੇਟਲੀ ਲੈ ਸਕਦੀ ਹੈ। ਮੰਨ ਲਓ ਆਪਾਂ ਨੂੰ ਕੀ ਦਿੱਕਤ ਹੈ, ਉਨੀ ਕਮਾਈ ਨਹੀਂ ਕਰੇਗੀ ਜਿੰਨੀ ਵਕੀਲਾਂ ਦੀ ਫੀਸ ਹੋਏਗੀ ਉੱਥੇ। ਆਪਣਾ ਆਪ ਵੇਚ ਕੇ ਵੀ ਉਹ ਪੈਸੇ ਪੂਰੇ ਨਹੀਂ ਕਰ ਪਾਏਗੀ। ਔਰ ਉੱਥੋਂ ਦੀਆਂ ਕੋਰਟਸ ਐਵੀਡੈਂਸ ਮੰਗਦੀਆਂ। ਬੇਅੰਤ ਕੌਰ ਨੂੰ ਅਦਾਲਤ ਪਹਿਲਾ ਸਵਾਲ ਪੁੱਛੇਗੀ, ਯੂ ਗੋਟ ਮੈਰਿਡ ਔਨ ਦਿਸ ਡੇਟ ਐਂਡ ਯੂ ਰੋਟ ਯੂਅਰ ਸੈਲਫ ਐਜ਼ ਬੈਚਲਰ ਔਨ ਦਿਸ ਡੇਟ। ਸਿਰਫ ਰੀਜ਼ਨ ਦੱਸਦੇ ਆ। ਤੁਹਾਡੇ ਕੋਲ ਜਵਾਬ ਹੈ ਕੋਈ? ਤੁਹਾਡੇ ਵਿਆਹ ਦੀ ਤਰੀਕ ਕਿੰਨੀ ਹੈ ਦੱਸੋ। ਯਾਦ ਹੈ ਕਿ ਭਾਬੀ ਨੂੰ ਸ਼ਿਕਾਇਤ ਲਵਾਂ? ਲੱਗ ਜਾਣੀ ਸ਼ਿਕਾਇਤ ਤੁਹਾਡੀ ਹੁਣ। 29 ਜਨਵਰੀ। ਹਾਂ 29 ਜਨਵਰੀ, ਵਾਟ ਐਵਰ ਈਅਰ ਮੰਨ ਲਈਏ। ਕਿਆ ਤੁਸੀਂ ਮੰਨ ਲਓ 2015 ਮੰਨ ਲਈਏ ਇੱਕ ਮਿੰਟ ਲਈ, ਤੇ ਕਿਆ ਤੁਸੀਂ 2020 'ਚ ਆਪਣੇ ਆਪ ਨੂੰ ਲਿਖ ਸਕਦੇ ਹੋ ਮੈਂ ਕੁਆਰਾ? ਠੀਕ ਹੈ, ਪਾਸਪੋਰਟ ਤੇ 16 'ਚ ਵੀ ਨਹੀਂ ਲਿਖ ਸਕਦੇ। 16 'ਚ ਵੀ ਨਹੀਂ। ਮੈਂ ਕਿਹਾ 29 ਜਨਵਰੀ ਤੋਂ 30 ਜਨਵਰੀ ਨੂੰ ਹੀ ਤੁਸੀਂ ਲਿਖ ਸਕਦੇ ਮੈਂ ਬੈਚਲਰ ਹਾਂ। 30 ਜਨਵਰੀ ਵਾਲੇ ਫਾਰਮ ਤੇ ਜਿਹੜਾ 30 ਜਨਵਰੀ 'ਚ ਸਾਈਨ ਹੋਇਆ, ਰਾਈਟ। ਤੁਸੀਂ ਪਾਸਪੋਰਟ ਤੇ ਨਹੀਂ ਚੜਾਇਆ, ਨੋ ਪ੍ਰੋਬਲਮ। ਬਟ ਜਦੋਂ ਤੁਸੀਂ ਪਾਸਪੋਰਟ ਰਿਨਿਊ ਕਰਾਉਂਦੇ ਹੋ, ਉਹ ਵੀ ਉੱਥੋਂ ਹੁੰਦਾ ਹੈ ਰਿਨਿਊ, ਠੀਕ ਹੈ ਜੀ, ਕੈਨੇਡਾ 'ਚੋਂ, ਉਦੋਂ ਵੀ ਤੁਸੀਂ ਕੁਆਰੇ ਰਹਿ ਗਏ। ਅਮਰੀਕਾ ਦਾ ਵੀਜ਼ਾ ਲੈਂਦੇ ਹੋ, ਉਦੋਂ ਵੀ ਤੁਸੀਂ ਕੁਆਰੇ ਰਹਿ ਗਏ। ਅਮਰੀਕਾ ਦੇ ਵੀਜ਼ੇ ਲਵਾਉਣ ਦੇ ਪੈਸੇ ਆ ਗਏ, ਫੀਸ ਦੇਣ ਦੇ ਪੈਸੇ ਘਰ ਵਾਲੇ ਕੋਲ ਲੈਣੇ ਆ, ਫਿਰ ਵੀ ਤੁਸੀਂ ਕੁਆਰੇ ਰਹਿ ਗਏ। ਕਈ ਸਾਰੇ ਸਵਾਲ ਨੇ ਯਾਰ। ਤੇ ਮੈਂ ਕਹਿੰਦਾ ਲਈ ਜਾਏਗੀ, ਪਰ ਕਿਹੜੀ ਜ਼ਿੰਦਗੀ ਜੀਏਗੀ? ਪੰਜਾਬੀ 'ਚ ਕਹਾਂ ਕੁੱਤੇ ਦੀ ਮੌਤ ਮਰੇਗੀ। ਸਵੇਰੇ ਤਰੀਕ ਹੈ, ਕੱਲ੍ਹ ਤਰੀਕ ਹੈ, ਪਰਸੋਂ ਤਰੀਕ ਹੈ, ਅੱਜ ਤਰੀਕ ਹੈ, ਵਕੀਲ ਕੋਲ ਜਾਣਾ, ਉੱਥੇ ਭੱਜਣਾ। ਉਹ ਇੰਡੀਆ 'ਚ ਨਹੀਂ ਕੇਸ ਲੜਿਆ ਜਾਂਦਾ, ਤੇ ਉੱਥੋਂ ਦੀਆਂ ਅਦਾਲਤਾਂ ਤਾਂ ਸਾਡੇ ਤੋਂ ਤੇਜ਼ ਨੇ। ਸਹੀ ਗੱਲ ਹੈ। ਉੱਥੋਂ ਦੀ ਪੁਲਿਸ ਵੀ ਸਾਡੇ ਤੋਂ ਤੇਜ਼ ਹੈ, ਨੋ ਡਾਊਟ। ਬਹੁਤ ਲੇਟ ਕੰਮ ਕਰਦੀ ਹੈ ਉੱਥੋਂ ਦੀ ਪੁਲਿਸ ਵੀ, ਐਵੀਡੈਂਸ ਇਕੱਠਾ ਕਰਕੇ ਕੰਮ ਕਰਦੀ ਹੈ। ਠੀਕ ਹੈ ਜੀ। ਬਟ ਉਹ ਕੰਮ ਪੱਕਾ ਹੁੰਦਾ ਨਾ, ਫਿਰ ਬਚਾਅ ਨਹੀਂ ਹੁੰਦਾ। ਤੁਸੀਂ ਉੱਥੋਂ ਦੇ ਕੋਰਟਸ ਤੇ ਪ੍ਰੋਸੀਡਿੰਗਸ ਵੇਖਿਆ ਕਰੋ, ਉਸ ਪ੍ਰੋਸੀਡਿੰਗਸ ਦੇ ਵਿੱਚ ਪੂਰਾ ਮੌਕਾ ਦਿੱਤਾ ਜਾਂਦਾ ਹੈ। ਤੇ ਮੈਂ ਕਹਿੰਦਾ ਮਤਲਬ ਯਾਰ ਇੱਕ ਗੱਲ, ਵਕੀਲ ਹੋਣ ਦੇ ਨਾਤੇ ਨਹੀਂ, ਕਾਮਨ ਮੈਨ ਦੇ ਨਾਤੇ ਮੈਨੂੰ ਜਵਾਬ ਦਿਓ ਵੀ ਵਿਆਹ ਤੋਂ ਅਗਲੀ ਤਰੀਕ ਤੇ ਤੂੰ ਕੁਆਰੀ ਕਿਵੇਂ ਸੀ? ਮਤਲਬ ਇਹ ਪਰਮਾਨੈਂਟਲੀ ਆਣਾ ਹੀ ਪਏਗਾ, ਡਿਪੋਰਟ ਹੋਵੇਗੀ। ਦੋ ਚੀਜ਼ਾਂ ਨੇ, ਕੁਐਸਚਨ ਨੇ। ਡਿਪੋਰਟ ਦੀ ਵੀ ਗੱਲ ਕਲੀਅਰ ਕਰ ਦੇਣਾ। ਦੋ ਤਰੀਕੇ ਨਾਲ ਹੋਏਗੀ। ਇੱਕ ਤੇ ਜਦੋਂ ਅਸੀਂ ਉਧਰ ਫੈਡਰਲ 'ਚ ਪਾ ਦੇਣਾ, ਠੀਕ ਹੈ, CIC ਨੂੰ ਪਾ ਦੇਣਾ, ਠੀਕ ਹੈ ਜੀ, ਇਹਦਾ ਕੇਸ ਖੁੱਲ੍ਹ ਜਾਣਾ, ਹਾਂਜੀ, ਇਹਦੀ PR ਤੇ ਰੁਕ ਜਾਣੀ ਉੱਥੇ ਹੀ। ਠੀਕ ਹੈ ਜੀ। ਉਹ PR ਉਦੋਂ ਤੱਕ ਨਹੀਂ ਹੋਣੀ ਜਦ ਤੱਕ ਇਹ ਕੇਸ ਕਲੀਅਰ ਨਹੀਂ ਕਰਾਉਂਦੀ। ਠੀਕ ਹੈ, ਹੁਣ ਇਹਦੇ ਕੋਲ ਅਗਲੀ ਆਪਸ਼ਨ ਹੋਏਗੀ ਕੇਸ ਵਿਡਰਾਅ ਕਰਨ ਦੀ। ਠੀਕ ਹੈ, ਕਰ ਲੈ, ਕੋਈ ਦਿੱਕਤ ਨਹੀਂ। ਕੇਸ ਵਿਡਰਾਅ ਕਰਕੇ ਤੂੰ ਅਸਾਈਲਮ ਪਾ ਲੈ, ਪਰ ਉਹ ਰਿਕਾਰਡ ਗੈਪ ਥੋੜੀ ਹੋ ਜਾਣਾ, ਉਹ ਰਿਕਾਰਡ ਉੱਥੇ ਖੜਾ ਰਹਿਣਾ। ਜਦੋਂ ਇਹਨੇ ਅਸਾਈਲਮ ਪਾਉਣੀ ਹੈ, ਉਹ ਰਿਕਾਰਡ ਫਿਰ ਨਾਲ ਜੁੜ ਜਾਣਾ। ਪਹਿਲਾਂ ਠੱਗੀ ਕਿ ਤੂੰ ਕੁਆਰੀ ਲਿਖਾ ਲਿਆ, ਸਭ ਕੁਝ ਕਰ ਲਿਆ, ਪੈਸੇ ਲੈ ਲਏ, ਪੈਸਿਆਂ ਦੀ ਠੱਗੀ ਵੀ ਲਏ ਤੂੰ ਸਹੁਰਿਆਂ ਕੋਲੋਂ। ਜਦੋਂ ਤੇਰਾ ਉਹਨਾਂ ਨਾਲ ਰਿਸ਼ਤਾ ਕੋਈ ਨਹੀਂ, ਇੱਕ ਮੰਗਣਾ ਹੀ ਹੋਇਆ ਨਾ, ਚਲੋ ਇੰਝ ਚੱਲੀਏ, ਬਾਇਓਲੋਜੀਕਲ ਰਿਸ਼ਤਾ ਤਾਂ ਨਹੀਂ ਬਣਿਆ, ਸਰਟੀਫਿਕੇਟ ਵਾਲਾ ਰਿਸ਼ਤਾ ਤਾਂ ਨਹੀਂ ਬਣਿਆ। ਤੂੰ ਕਹਿੰਦੀ 13,80,000 ਰੁਪਇਆ ਮੈਨੂੰ ਮੇਰੇ ਮਾਂ ਪਿਓ ਨੇ ਦਿੱਤਾ, ਜਦ ਕਿ ਸਟੇਟ ਬੈਂਕ ਤੋਂ ਸਟੇਟ ਬੈਂਕ ਤੇ HDFC ਦੀਆਂ ਐਂਟਰੀਆਂ ਬੋਲਦੀਆਂ ਖੁੱਡੀ ਕਲਾ ਦੀਆਂ ਕਿ 13,80,000 ਰੁਪਇਆ ਲਵਪ੍ਰੀਤ ਪਰਿਵਾਰ 'ਚੋਂ ਆਇਆ ਹੈ।
ਤੂੰ ਉਹ ਵੀ ਮਿਸਰੈਪ ਕਰਦੀ ਹੈ। ਮਤਲਬ ਕਿੱਥੇ ਕਿੱਥੇ ਬਚੇਂਗੀ, ਐਵੀਡੈਂਸ ਕਲੀਅਰ ਹੈ। ਫਿਰ ਤੂੰ ਸਾਈਲਮ ਲਾਉਣੀ ਹੈ, ਇੱਕ ਹੋਰ ਆਪਣੇ ਤੇ ਪਰਚਾ ਕਰਾ ਲੇਂਗੀ। ਔਰ ਜਦੋਂ ਤੇਰਾ ਚਿੱਠਾ ਖੁੱਲ੍ਹ ਗਿਆ, ਤੈਨੂੰ ਅਪੀਲ ਦਾ ਮੌਕਾ ਮਿਲ ਗਿਆ, ਉਹਦੇ 'ਚ 30 ਦਿਨ ਦਾ ਟਾਈਮ ਮਿਲਣਾ ਹੈ, ਉਧਰ ਦੀ ਸਰਕਾਰ ਨੇ ਤੇਰਾ ਵੀਜ਼ਾ ਕੈਂਸਲ ਕਰ ਦੇਣਾ। ਹੁਣ ਵੀਜ਼ਾ ਕੈਂਸਲ ਕਰਕੇ ਤੇਰੇ ਕੋਲ ਕੀ ਆਪਸ਼ਨ ਹੈ? ਤੂੰ ਕਿਸੇ ਵੀ ਕੰਟਰੀ ਉੱਡ ਜਾਏ, ਉੱਥੇ ਅਸੀਂ ਤੇਰੀ ਪਹਿਲਾਂ ਹੀ ਠੱਪਾ ਲਵਾਇਆ ਹੋਣਾ ਕਿ ਆ ਇਹਦੇ ਤੇ 420 ਦਾ ਪਰਚਾ ਹੈ। ਪੁਲਿਸ ਤੇ ਵੀ ਪ੍ਰੈਸ਼ਰ ਪਾ ਕੇ ਉਧਰੋਂ ਰੈੱਡ ਕਾਰਨਰ ਨੋਟਿਸ ਤੇ ਪੀਓ ਦੀ ਕਾਰਵਾਈ ਚਲਾ ਹੀ ਰਹੇ ਆ। ਤੇ ਉਸ ਤੋਂ ਬਾਅਦ ਉਹ ਜਿਹੜੇ ਕੰਟਰੀ ਗਈ ਉਹਨਾਂ ਨੇ ਉੱਥੇ ਹੀ ਡਿਟੇਨ ਕਰ ਲੈਣਾ। ਵਾਂਟ ਟੂ ਗੋ ਟੂ ਇੰਡੀਆ ਤੇ ਇੱਥੇ ਜੇਲ੍ਹ 'ਚ ਪਾਈਏ, ਕੀ ਕਰ ਲੇਗੀ? ਜਿਹੜੇ ਉੱਥੋਂ ਲਿਪਸਟਿਕ ਪਾਊਡਰ ਬਿੰਦੀਆਂ ਲਿਆਉਣੇ ਆ ਨਾ, ਉੱਥੇ ਹੀ ਰਹਿ ਜਾਣੇ ਆ। ਇਹ ਇਕੱਲੀ ਹੋਈ ਵਾਪਸ ਪਹੁੰਚੇਗੀ ਇਹਦੇ ਸਿਰਫ ਪਾਸਪੋਰਟ ਦੇ ਨਾਲ, ਬਾਕੀ ਸਮਾਨ ਸਰਚ ਵਿੱਚ ਪਿਆ ਰਹਿਣਾ। ਉਹਦੀ ਵੀ ਇਨਕਮ ਦੇ ਸੋਰਸ ਔਰ ਬੜਾ ਕੁਝ ਦੱਸੇਗੀ। ਫਿਰ 2019 'ਚ ਤੂੰ ਵਿਆਹੀ ਹੋ ਗਈ ਤੇ 2020 'ਚ ਕੁਆਰੀ ਕਿਵੇਂ ਹੁੰਦੀ? ਮੈਂ ਆਹ ਵਾਲਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਆਹ ਫਾਰਮੂਲਾ ਸਿੱਖਣਾ ਹੈ ਮੈਂ ਬੇਅੰਤ ਕੋਲੋਂ। ਮੈਂ ਵੀ ਕੁਆਰਾ ਹੋਣਾ ਚਾਹੁੰਦਾ, ਮੈਂ ਵੀ ਆਪਣੀ ਕੁਛ ਸੋਚਣਾ ਚਾਹੁੰਦਾ ਜ਼ਿੰਦਗੀ ਬਾਰੇ। ਆਹ ਜਿੰਨੇ ਮੁੰਡੇ ਮੇਰੇ ਨਾਲ ਕੰਮ ਕਰਦੇ ਆ ਸਾਰਿਆਂ ਨੂੰ ਫਾਰਮੂਲਾ ਦੱਸ, ਕੁੜੀਆਂ ਵੀ ਕੰਮ ਕਰਦੀਆਂ ਵੀ ਇਹ ਫਾਰਮੂਲਾ ਸਮਝਾ ਵੀ ਵਿਆਹ ਤੋਂ ਬਾਅਦ ਕੁਆਰੇ ਕਿਵੇਂ ਹੋਈਦਾ। ਆਪਾਂ ਉਹਦਾ ਸਾਰੀ ਜਨਤਾ ਨੂੰ ਦੱਸੀਏ ਭਾਜੀ, ਕਿੰਨੀ ਵਧੀਆ ਗੱਲ ਹੈ। ਹੋ ਸਕਦਾ ਵੀ ਹਾਂ, ਕੁਆਰੇ ਕਿਵੇਂ ਹੋਈਦਾ, ਮੈਨੂੰ ਉਹ ਕਾਨੂੰਨ ਸਮਝਣਾ। ਸਾਡੀ ਕਿਸੇ ਕਾਨੂੰਨ, ਮੈਂ ਬੜੀਆਂ ਕਿਤਾਬਾਂ ਮੋਟੀਆਂ ਮੋਟੀਆਂ ਪੜ੍ਹੀਆਂ, ਸਾਡੀ ਕਿਸੇ ਕਿਤਾਬ 'ਚ ਨਹੀਂ ਲਿਖਿਆ ਵੀ ਵਿਆਹ ਤੋਂ ਬਾਅਦ ਕੁਆਰੇ ਕਿਵੇਂ ਹੋਈਦਾ, ਜਾਂ ਵਿਡੋਰ ਹੋਈਦਾ ਤੇ ਜਾਂ ਡਿਵੋਰਸੀ ਹੋਈਦਾ ਜਾਂ ਸੈਪਰੇਟਿਡ ਹੋਈਦਾ। ਆਹ ਨਵਾਂ ਜਿਹੜਾ ਲਾਅ ਹੈ ਨਾ ਜੀ, ਸਿੱਖਣਾ ਭਾਜੀ ਆਪਾਂ। ਹਾਂ, ਇਹਦਾ ਨਾਲ ਲਾਅ ਅੰਤ ਕੌਰ ਜੀ। ਤੇ ਇੱਕ ਸਰ ਇਹਦੇ ਨਾਲ ਰਿਲੇਟਡ ਹੋਰ ਕੁਐਸਚਨ ਪੁੱਛਾਂਗੇ। 420 ਬੇਅੰਤ ਕੌਰ ਤੇ ਲੱਗ ਚੁੱਕੀ ਹੈ, ਠੀਕ ਹੈ। ਹਾਲਾਂਕਿ ਲੋਕਾਂ ਦੀ, ਹਰ ਲੋਕ ਦਾ ਇਹੀ ਚਾਹੁੰਦੇ ਵੀ ਜਲਦ ਤੋਂ ਜਲਦ ਧਾਰਾਵਾਂ ਦੇ ਵਿੱਚ ਵਾਧਾ ਹੋਵੇ। ਤੁਸੀਂ ਕਾਨੂੰਨ ਦੇ ਬਹੁਤ ਨੇੜੇ ਹੋ, ਤੇ ਕਿੰਨੀਆਂ ਧਾਰਾਵਾਂ ਬਣਦੀਆਂ ਨੇ ਜੇ ਮੋਟੇ-ਮੋਟੇ ਲੋਕਾਂ ਨੂੰ ਸਮਝਾਉਣ ਦੇ ਲਈ ਦੱਸੀਏ ਜਿਹੜੀਆਂ ਬੇਅੰਤ ਕੌਰ ਤੇ ਇਸ ਕੇਸ ਦੇ ਵਿੱਚ ਲੱਗਣੀਆਂ ਚਾਹੀਦੀਆਂ ਨੇ ਕਾਨੂੰਨ ਦੇ? ਬਿਨਾਂ ਕਿਤਾਬ ਪੜ੍ਹਿਆ ਤਾਂ ਮੈਂ ਥੋੜ੍ਹੀਆਂ ਜਿਹੀਆਂ ਬੋਲ ਦਿੰਦਾ, ਬਾਕੀ ਸਹੀ। ਦੇਖੋ, ਜਿਹੜੀ ਇਹਨੇ ਆਪਣੇ ਆਪ ਨੂੰ ਕੁਆਰੀ ਲਿਖਿਆ, ਉਹ ਮਿਸਰੀਪ੍ਰੈਜ਼ੈਂਟ 420 'ਚ ਵੀ ਕਵਰ ਹੁੰਦਾ ਤੇ 465, 467, 468, 471, 120 ਵੀ। ਅੱਛਾ ਜੀ। ਪਹਿਲਾਂ ਤਾਂ ਇਹ ਧਾਰਾ ਦੱਸ ਦਿੰਦਾ, ਇਹਦੇ ਵਿੱਚ ਈਵਨ ਜਿੰਨੀ ਤਰ੍ਹਾਂ ਦੇ ਵੀ ਇਹਨੇ ਦਸਤਾਵੇਜ਼ ਜਾਲੀ ਬਣਾਏ, ਜਿੰਨੀ ਤਰ੍ਹਾਂ ਦੀਆਂ ਨੇ ਜਾਲੀ ਰਿਪਰੈਜ਼ੈਂਟੇਸ਼ਨਾਂ ਦਿੱਤੀਆਂ, ਇਹ ਸਾਰੀਆਂ ਧਾਰਾ 'ਚ ਕਵਰ ਹੋ ਜਾਂਦਾ ਜੀ, ਠੀਕ ਹੈ। ਉਸ ਤੋਂ ਬਾਅਦ ਜੇ ਅੱਗੇ ਆ ਜਾਈਏ ਤੇ ਇਹਨੇ ਲੜਕੇ ਨੂੰ ਮਰਨ ਵਾਸਤੇ ਉਕਸਾਇਆ, ਅਬੈਟਮੈਂਟ ਟੂ ਸੁਸਾਈਡ। ਇਹਦੇ ਵਿੱਚ ਵੀ ਮੈਂ ਦੋਸਤਾਂ ਨੂੰ ਦੱਸਣਾ ਚਾਹੁੰਦਾ, ਆਪਣੇ ਦਰਸ਼ਕਾਂ ਨੂੰ, ਵੀ 306 ਅਬੈਟਮੈਂਟ ਹੈ। ਮੌਤ ਦਾ ਕਾਰਨ ਕੌਣ ਬਣਿਆ, ਤਰੀਕਾ ਜ਼ਰੂਰੀ ਨਹੀਂ, ਉਹ ਕਿਸ ਤਰ੍ਹਾਂ ਮਰਿਆ ਉਹ ਜ਼ਰੂਰੀ ਨਹੀਂ, ਠੀਕ ਹੈ ਜੀ। ਮਰਿਆ ਕਿਸ ਕਾਰਨ ਤੋਂ, ਤਰੀਕਾ ਕੋਈ ਵੀ ਹੋ ਸਕਦਾ, ਤਰੀਕਾ ਕੋਈ ਵੀ ਹੋ ਸਕਦਾ। ਮਤਲਬ ਬੱਸ ਥੱਲੇ ਆ ਕੇ ਮਰਿਆ ਤੇ ਸੁਸਾਈਡ ਨਹੀਂ। ਔਰ 6 ਤੋਂ 8 ਸੁਸਾਈਡ ਨੋਟ ਕਹਿ ਸਕਦੇ ਹੋ ਅਵੇਲੇਬਲ ਹੈ। ਉਹ ਅੱਗੋਂ ਅੰਗੂਠਾ ਵੀ ਵਿਖਾਉਂਦੀ ਵੀ ਜਾ ਮਰ ਜਾ, ਮੈਂ ਤੈਨੂੰ ਪਰਵਾਹ ਨਹੀਂ ਕਰਦੀ। ਜੇ ਮੈਂ ਹੁਣ ਦੂਜੇ ਪਾਸੇ ਕਹਾਂ, ਜੇ ਉਹਨੇ ਇਹਨੂੰ ਲਾਰਾ ਲਾ ਕੇ ਰੱਖਿਆ ਸੀ ਕਿ ਤੈਨੂੰ ਮੈਂ ਲੈ ਜੂੰ, ਤੇ ਆਪਣੇ ਆਪ ਨੂੰ ਕੁਆਰੀ ਲਿਖਿਆ ਸੀ, ਹਿਊਮਨ ਸਮਗਲਿੰਗ ਐਕਟ ਦੀ ਵੀ ਧਾਰਾ ਬਣ ਸਕਦੀ 13। ਠੀਕ ਹੈ। ਇਹਦੇ ਕੋਲ ਕੋਈ ਰਾਈਟ ਹੀ ਨਹੀਂ, ਤੇਰਾ ਹਸਬੈਂਡ ਹੀ ਨਹੀਂ ਹੈ। ਚਲੋ ਹੁਣ ਬੇਅੰਤ ਕੌਰ ਵੱਲੋਂ ਚੱਲਦੇ ਆ, ਲਵਪ੍ਰੀਤ ਉਹਦਾ ਹਸਬੈਂਡ ਹੀ ਨਹੀਂ ਹੈ, ਤੇ ਜੇ ਉਹਨੂੰ ਬਾਹਰ ਲਿਜਾਣ ਦੀ ਵਾਅਦੇ ਕਰਦੀ ਤੇ ਤੇਰਾ ਹਿਊਮਨ ਸਮਗਲਿੰਗ ਐਕਟ 'ਚ ਉਹਦਾ ਨੰਬਰ ਆਉਂਦਾ ਹੈ। ਸੋ ਹੋਰ ਬੜੀਆਂ ਧਾਰਾ ਅਗਲੇ ਪ੍ਰੋਗਰਾਮ ਲਈ ਵੀ ਥੋੜ੍ਹੀਆਂ ਰੱਖ ਲਓ, ਸੋ ਦੱਸਾਂਗੇ। ਔਰ ਇਹਦੇ 'ਚ ਉਮਰ ਕੈਦ ਤੋਂ ਘੱਟ ਸਜ਼ਾ ਨਹੀਂ ਹੋਣੀ। ਉਹੀ ਮੈਂ ਜਾਂਦੇ ਜਾਂਦੇ ਇੱਕ ਵਾਰ ਲਾਸਟ ਕੁਐਸਚਨ ਤੁਹਾਨੂੰ ਪੁੱਛਣੇ ਚਾਹਾਂਗੇ ਕਿ ਕਿੰਨੇ % ਚਾਂਸ ਨੇ ਬੇਅੰਤ ਕੌਰ ਨੂੰ ਸਜ਼ਾ ਹੋਣ ਦੇ? ਬੜਾ ਵਧੀਆ ਸਵਾਲ ਪੁੱਛਿਆ ਤੁਸੀਂ, ਰਾਜ ਹੀ ਨਾ ਰਹਿੰਦੀ ਹੈ। ਦੱਸ ਦਈਏ ਦਰਸ਼ਕਾਂ ਨੂੰ ਥੋੜ੍ਹੇ ਜਿਹਾ, ਹਲੇ ਬੜਾ ਅਰਲੀ ਹੋ ਇਹਨੂੰ ਦੱਸਣਾ, ਠੀਕ ਹੈ, ਕਿਉਂਕਿ ਹਲੇ ਮੈਂ ਸਿਰਫ ਆਪਣੇ ਪ੍ਰੂਫ ਦੇਖੇ ਆ। ਹਾਂਜੀ। ਜਦੋਂ ਬੇਅੰਤ ਦੇ ਪ੍ਰੂਫ ਇਹ ਮੇਰੇ ਕੋਲ ਟੇਬਲ ਤੇ ਆ ਗਏ, ਔਨ ਰਿਕਾਰਡ ਆ ਗਏ, ਤੇ ਮੈਂ ਉਦਣ ਜੋ ਲਿਖ ਦਾਂਗਾ ਤੇ ਜੋ ਕਹਿ ਦਾਂਗਾ ਉਹ ਹੋਏਗਾ। ਇੰਨਾ ਕੁ ਮੈਂ ਆਪਣੀ ਪੜ੍ਹਾਈ ਕੀਤੀ ਹੈ, ਉਸ ਤੋਂ ਘੱਟ ਨਹੀਂ ਹੋਏਗਾ, ਵੱਧ ਹੀ ਹੋਏਗਾ। ਬਟ ਹੁਣ ਤੱਕ ਮੈਂ ਜੋ ਹਾਲਾਤ ਦੇ ਸਾਹਮਣੇ ਆ ਕੇ ਕਹਾਂ, 100% ਸਜ਼ਾ ਹੋਏਗੀ, 100%। ਚਾਹੇ ਇੰਡੀਆ ਦੀ ਅਦਾਲਤ 'ਚ ਤੇ ਇੰਡੀਆ ਦੀ ਜੇਲ੍ਹ 'ਚ ਰਵੇ ਜਾਂ ਕੈਨੇਡਾ ਦੀ ਜੇਲ੍ਹ 'ਚ ਰਵੇ ਜਾਂ ਕਿਸੇ ਹੋਰ ਕੰਟਰੀ ਦੀ ਜੇਲ੍ਹ 'ਚ ਰਵੇ, ਉਹਦੇ ਦਿਨ ਪੁੱਠੇ ਹੋ ਚੁੱਕੇ ਆ ਭਾਜੀ। ਲੋਕਾਂ ਦੀਆਂ ਬਦਦੁਆਵਾਂ ਖਾਲੀ ਚੱਲ ਜਾਣਗੀਆਂ। ਮੈਨੂੰ ਇੱਕ ਬੜੇ ਸੀਨੀਅਰ ਬਜ਼ੁਰਗ ਮਾਂ ਨੇ ਇੱਕ ਗੱਲ ਸਮਝਾਈ ਸੀ, ਕਹਿੰਦੀ ਪੁੱਤ ਕਿਸੇ ਦੀ ਦੁਆ ਲੱਗੇ ਜਾਂ ਨਾ ਲੱਗੇ, ਜਿਹੜੀ ਹਾ ਹੈ ਉਹ ਇੱਥੋਂ ਨਿਕਲਦੀ ਹੈ ਤੇ ਉਹ ਜ਼ਰੂਰ ਲੱਗਦੀ ਉਹ, ਤੇ ਜਿਹੜੀ ਮਾਂ ਦਾ ਪੁੱਤ ਮਰਿਆ ਉਹਦੀਆਂ ਹਾਵਾਂ ਨਹੀਂ ਨਿਕਲੀਆਂ। ਹੁੰਦਾ ਅਨੇਕਾਂ ਮਾਵਾਂ ਜੁੜ ਚੁੱਕੀਆਂ, ਅਨੇਕਾਂ ਮਾਵਾਂ ਜੁੜ ਚੁੱਕੀਆਂ। ਮੈਨੂੰ ਫੋਨ ਆਉਂਦੇ ਨੇ ਕਿ ਮੈਨੂੰ ਲਵਪ੍ਰੀਤ ਦੇ ਪਰਿਵਾਰ ਦੇ ਨੰਬਰ ਦਿਓ, ਮੈਂ ਗੱਲ ਕਰਨੀ ਚਾਹੁੰਦਾ। ਮੈਂ ਕਿਹਾ ਅਨੇਕਾਂ ਮੁੰਡਿਆਂ ਦੀਆਂ ਹਾਵਾਂ, ਅਨੇਕਾਂ ਪਰਿਵਾਰਾਂ ਦੀਆਂ ਹਾਵਾਂ
ਇੰਟਰਨੈਸ਼ਨਲੀ, ਤੇ ਉਹ ਹਵਾਂ ਖਾਲੀ ਚੱਲ ਜਾਣਗੀਆਂ। ਰੱਬ ਦੀ ਅਦਾਲਤ 'ਤੇ ਉਹਨੂੰ ਸਜ਼ਾ ਮਿਲਣੀ ਸ਼ੁਰੂ ਹੋ ਗਈ ਹੈ। ਤੁਸੀਂ ਇੱਕ ਹੋਰ ਗੱਲ ਮੇਰੇ ਦਰਸ਼ਕ ਧਿਆਨ ਦੇਣ, ਮੌਤ ਹੋਈ ਹੈ ਤੇਰੇ ਘਰ ਵਾਲੇ ਦੀ, ਤੂੰ ਇੰਡੀਆ ਨਹੀਂ ਉਤਰੀ, ਰਿਹਾ ਜਾਂਦਾ ਭਾਜੀ। ਘਰ ਦਾ ਕੁੱਤਾ ਵੀ ਮਰਿਆ ਹੋਵੇ ਜਾਂ ਉਹਦੇ ਪੈਰ 'ਤੇ ਸੱਟ ਲੱਗੀ ਹੋਵੇ, ਤੁਹਾਡਾ ਉਦੋਂ ਸ਼ੋਅ ਕਰਨ ਨੂੰ ਜੀ ਨਹੀਂ ਕਰਨਾ ਕਿ ਜਾ ਕੇ ਮੈਂ ਉਹਨੂੰ ਪੱਟੀ ਕਰਾਵਾਂ, ਉਹਨੂੰ ਵੇਖਣ ਵਾਲਾ ਕੋਈ ਨਹੀਂ ਹੈ। ਤੇ ਤੇਰਾ ਸਿਰ ਦਾ ਸਾਈਂ ਮਰਿਆ, ਸ਼ਰਮ ਕਰ ਡੈਣੇ। ਮੈਂ ਫੇਰ ਕਹਿੰਦਾ, ਕੁੜੀਆਂ ਤੇ ਡੈਣਾ ਦੋ ਡੈਫੀਨੇਸ਼ਨ ਹੈ। ਇਹੋ ਜਿਹੀਆਂ ਜਿੰਨੀਆਂ ਇਹ ਕੁਛ ਕਰਦੀਆਂ ਫਿਰਦੀਆਂ, ਇਹ ਡੈਣਾ ਹੈ, ਇਹ ਕੁੜੀਆਂ ਦੀ ਕੈਟਾਗਰੀ 'ਚ ਨਹੀਂ ਆਉਂਦੀਆਂ। ਤੇ ਜਿਹੜੇ ਮੁੰਡੇ ਇਹੋ ਜਿਹਾ ਕੁਛ ਕਰੀ ਫਿਰਦੇ ਨੇ, ਉਹ ਭੂਤ ਨੇ, ਉਹ ਵੀ ਮੁੰਡਿਆਂ ਦੀ ਕੈਟਾਗਰੀ 'ਚ ਨਹੀਂ ਆਉਂਦੇ। ਯਾਦ ਰੱਖੋ, ਇਹ ਮੇਰੀਆਂ ਗੱਲਾਂ ਹਰ ਪ੍ਰੋਗਰਾਮ 'ਚ ਨੇ। ਔਰ ਅੱਗ ਲੱਗਦੀ ਹੈ ਇਹੋ ਜਿਹੇ ਗੰਦੇ ਲੋਕਾਂ ਦਾ ਬਾਰੇ ਮੂੰਹ 'ਚ ਸ਼ਬਦ ਲਿਆਉਣ ਨੂੰ ਵੀ ਜੀ ਨਹੀਂ ਕਰਦਾ। ਬਟ ਡੈਫੀਨੇਟਲੀ ਇਸ ਭੂਤਾਂ ਨੂੰ ਤੇ ਡੈਣਾ ਨੂੰ ਸਜ਼ਾ ਦਿਵਾਉਣੀ ਆਪਾਂ, ਛੱਡਣਾ ਨਹੀਂ। ਕੇਸ ਇੱਕ ਆਇਆ ਭਾਜੀ, ਮਤਲਬ ਉਸ ਬੰਦੇ ਨੇ ਸਪੋਜ਼ 1 ਜਨਵਰੀ ਨੂੰ ਵਿਆਹ ਕਰਾ ਲਿਆ ਤੇ ਅਨਮੈਰਿਡ ਹੈ। ਇੱਕ ਨਵਾਂ ਵੀ ਕਾਨੂੰਨ ਸਿੱਖਣਾ ਵੇ ਇੱਕ ਹੋਰ ਬੰਦੇ ਕੋਲੋਂ। ਉਹਦਾ ਨਿੱਕਾ ਨਾਮ ਛੱਡੋ, ਚਲੋ ਨਾਂ ਨਹੀਂ ਲੈਂਦੇ। 1 ਜਨਵਰੀ ਨੂੰ ਫੋਰ ਐਗਜ਼ਾਮਪਲ ਉਹਨੇ ਵਿਆਹ ਕਰਾਇਆ ਤੇ ਉਦੋਂ ਨੂੰ ਅਨਮੈਰਿਡ ਹੈ, ਤੇ ਜੂਨ 'ਚ ਆਪਣਾ ਫਿਰ ਡਿਵੋਰਸ ਦਾ ਸਰਟੀਫਿਕੇਟ ਬਣਾਉਂਦਾ ਹੈ ਵੀ ਹੁਣ ਮੈਂ ਡਿਵੋਰਸੀ ਸੀ ਤੇ ਹੁਣ ਮੈਂ ਉਹ ਕੀਤਾ। ਵੀ ਬਹੁਤ ਤਰ੍ਹਾਂ ਦੇ ਲੋਕ ਦੇਖਦੇ ਨੇ ਯਾਰ, ਸਮਝ ਨਹੀਂ ਆਉਂਦੀ। ਤੇ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਵੈਰੀਫਿਕੇਸ਼ਨ ਕਰਦੇ ਹਾਂ, 70 ਸਾਲ ਦੀ ਲੇਡੀ ਨਾਲ ਵਿਆਹ ਕਰਾਇਆ ਉਸ 22 ਸਾਲ ਦੇ ਮੁੰਡੇ ਨੇ, ਤੇ ਉਹਦੇ ਵਾਸਤੇ ਉਹਦੇ ਕੋਲ ਅਜੂਬੇ 'ਚ ਸ਼ਾਮਲ ਹੋਣਾ ਚਾਹੀਦਾ। ਹਾਂਜੀ, ਇਹ 9ਵਾਂ ਅਜੂਬਾ ਬਣਾਵਾਂਗੇ, 8ਵਾਂ ਨਹੀਂ 9ਵਾਂ ਬਣਾਵਾਂਗੇ, ਜਾਂ 10 ਨੰਬਰੀ ਅਜੂਬਾ ਬਣਾਵਾਂਗੇ। ਹਾਂ, ਆਪਾਂ ਭਾਜੀ ਪ੍ਰੋਗਰਾਮ ਰੱਖੀਏ ਅਜੂਬਾ 10 ਨੰਬਰੀ, ਇਹ ਪ੍ਰੋਗਰਾਮ ਦਾ ਨਾਂ ਰੱਖੀਏ। ਹਾਂ, ਇਦਾਂ ਦੇ ਕੇਸ ਮੈਂ ਤੁਹਾਡੇ ਨਾਲ ਡਿਸਕਸ ਕਰਿਆ ਕਰੂੰਗਾ। ਜਿੱਥੇ ਮੈਨੂੰ ਅਲਾਓ ਕਰਨਗੇ ਮੈਂ ਆਇਡੈਂਟੀਟੀ ਵੀ ਦੱਸੂੰਗਾ, ਜਿੱਥੇ ਅਲਾਓ ਕਰੋਗੇ ਆਇਡੈਂਟੀਟੀ ਨਹੀਂ ਵੀ ਦੱਸਾਂਗੇ। ਤੋ ਅਜੂਬਾ 10 ਨੰਬਰੀ, ਇਹ ਯਾਦ ਰੱਖਿਓ, ਆਪਾਂ ਕਰਦੇ ਹਾਂ ਸ਼ੁਰੂ। ਉਸ 10 ਨੰਬਰੀ ਵਿੱਚ ਉਸ ਬੰਦੇ ਨੇ ਉਸ ਲੇਡੀ ਕੋਲ ਵਸੀਅਤ ਵੀ ਕਰਾਈ ਹੈ ਕਿ ਜੇ ਤੂੰ ਮਰ ਗਈ, ਤੇਰੇ ਪੁਰਾਣੇ ਹਸਬੈਂਡ ਦਾ ਤੇ ਬੱਚਿਆਂ ਦਾ ਕੋਈ ਲੈਣ ਦੇਣ ਨਹੀਂ ਹੋਏਗਾ ਤੇ ਪ੍ਰਾਪਰਟੀ ਮੇਰੀ ਹੋਏਗੀ। ਹੁਣ ਦੱਸੋ, ਸਪਸ਼ਟ ਕਰਤਾ ਮੈਰਿਜ ਦਾ। ਔਰ ਕਈ ਸਾਰੇ ਐਕਟ ਵਿੱਚ ਜਦੋਂ ਲਾਲਚ ਕਨਫਰਮ ਹੈ ਤੇ ਉਹ ਮੈਰਿਜ ਨਹੀਂ ਮੰਨੀ ਜਾ ਸਕਦੀ, ਉਹ ਕੰਟਰੈਕਟ ਨਹੀਂ ਮੰਨਿਆ ਜਾ ਸਕਦਾ। ਇਹ ਲਾ ਦੇ ਜਿਹੜੇ ਸਾਡੇ ਸੀਨੀਅਰ ਐਕਸਪਰਟਸ ਨੇ, ਉਹਨਾਂ ਦੁਆਰਾ ਕਰਾਏ ਗਏ ਫੈਸਲਿਆਂ ਵਿੱਚ ਬੜਾ ਕੁਛ ਹੈਗਾ। ਸੋ ਲੜਾਈ ਲੰਬੀ ਹੈ, ਬੇਚੈਨ ਤੇ ਰਹੇਗੀ। ਬਦਦੁਆਵਾਂ ਉਹਨੂੰ ਨੀਂਦ ਨਹੀਂ ਆਉਣ ਦੇਣਗੀਆਂ, ਚੈਨ ਦੀ ਨੀਂਦ ਨਾਲ ਨਹੀਂ ਸੋਏਗੀ। ਤੇ ਜਦੋਂ ਉਹਨੂੰ ਰੋਜ਼ ਕਦੀ ਪੁਲਿਸ, ਕਦੀ ਕੋਰਟ, ਕਦੀ ਵਕੀਲ, ਕਦੀ ਲੀਗਲ ਪ੍ਰੋਸੈਸ 'ਚੋਂ ਗੁਜ਼ਰਨਾ ਪਏਗਾ। ਤੇ ਤੁਸੀਂ, ਤੁਹਾਡਾ ਇੱਕ ਕਾਰ ਦਾ ਚਲਾਨ ਹੋਇਆ ਕਦੀ ਭਾਜੀ? ਹੁੰਦਾ ਰਹਿੰਦਾ ਹੈ ਨਾ। ਤੇ ਕਿੰਨੀ ਬੇਚੈਨੀ ਹੁੰਦੀ ਹੈ। ਇੱਥੇ ਤੇ ਮਰਡਰ ਦਾ ਚਾਰਜ ਹੈ, ਮਰਡਰ ਦਾ ਚਾਰਜ ਬਚਨ ਦੇਵਾਂਗੇ। ਮਤਲਬ ਅਸੀਂ ਚੂੜੀਆਂ ਪਾਈਆਂ ਹੈ, ਉਹ ਗੱਲ ਵੀ ਕਾਲਾ ਕੋਟ ਅਸੀਂ ਐਵੇਂ ਪਾ ਲਿਆ। ਮੈਂ ਉਹਨੂੰ ਨੋਟਿਸ ਪਾਇਆ, ਔਰ ਮੈਂ ਤੁਹਾਨੂੰ ਦਿਖਾ ਦਿੰਦਾ ਹੁਣੇ, ਉਹਨੇ ਮੇਰਾ ਨੋਟਿਸ ਨਹੀਂ ਰਿਸੀਵ ਕੀਤਾ, ਇੰਨਾ ਡਰ ਗਿਆ। ਵੈਸੇ ਬੜੇ ਆਪਣੇ ਆਪ ਨੂੰ ਤੋਪ ਸਮਝਦੇ ਨੇ ਲੋਕ। ਸਾਡੇ ਮਰਾਸੀ ਜਾਤ ਦੇ ਲੋਕ ਹੁੰਦੇ ਸੀ ਜਿਨ੍ਹਾਂ ਵਿਚਾਰਿਆਂ ਨੇ ਮਿਹਨਤ ਕਰਕੇ ਰੋਟੀ ਖਾਂਦੇ ਸੀ, ਇਹ ਉਹਨਾਂ ਦੀ ਰੋਟੀ ਵੀ ਖੋ ਗਏ। ਸਾਡੇ ਘਰਾਂ 'ਚ ਭਾਂਡਾ ਹੁੰਦੇ ਸੀ ਨਾ, ਕਿੰਨੀ ਵਧੀਆ ਕਮਿਊਨਿਟੀ ਸੀ ਜਿਹੜੀ ਸਾਨੂੰ ਨੱਚ ਗਾ ਕੇ ਵਿਖਾਉਂਦੀ ਸੀ। ਤੇ ਪਰਿਵਾਰ 'ਚ ਸਾਂਝੇ ਬਹਿ ਕੇ ਮੁੰਡੇ ਕੁੜੀਆਂ, ਪਿਓ ਪੁੱਤਰ ਧੀਆਂ, ਅਸੀਂ ਉਹਨਾਂ ਦੀਆਂ ਗੱਲਾਂ ਸੁਣਦੇ ਸੀ, ਹੱਸਦੇ ਸੀ। ਵਿਆਹਾਂ ਸ਼ਾਦੀਆਂ 'ਤੇ ਚੰਗੇ ਪ੍ਰੋਗਰਾਮਾਂ 'ਚ ਆਉਂਦੇ ਸੀ। ਤੇ ਹੁਣ ਇਹ ਡੀਜਿਆਂ 'ਚ ਆ ਗਏ ਤੇ ਇਹਨਾਂ ਨੇ ਉਹਨਾਂ ਦੀ ਰੋਟੀ ਵੀ ਖਾ ਲਈ ਤੇ ਗੰਦ ਵੀ ਬੋਲਣ ਲੱਗ ਪਏ। ਨੰਗੀਆਂ ਕੁੜੀਆਂ ਵਿਖਾਉਣ ਲੱਗ ਪਏ, ਡਰੱਗਸ ਵਿਖਾਉਣ ਲੱਗ ਪਏ, ਗੰਜ ਦਿਖਾਉਣ ਲੱਗ ਪਏ। ਤੁਹਾਡੀ ਬੰਦੂਕ ਕਿੱਥੇ ਭਾਜੀ? ਵਿਖਾਓ ਕਿਤੇ ਡੱਬ ਡੁੱਬ ਚਲਾਈ ਹੋਵੇ, ਸ਼ਾਇਦ ਰੱਖੀ ਨਹੀਂ, ਵੇਖ ਲਓ। ਬੰਦੂਕ ਤੇ ਉੱਥੇ ਰੋਜ਼ ਵਿਖਾਉਂਦੇ, ਤੇ ਤੁਹਾਡੀ ਪੁੜੀ ਕਿੱਥੇ ਚਿੱਟੀ? ਵਿਖਾਓ। ਪੰਜਾਬ ਦੀ ਸੱਭਿਅਤਾ ਨੂੰ ਬਦਨਾਮ ਕਰੀ ਜਾਂਦੇ ਨੇ, ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ। ਉਹ ਮਨਕੀਰਤ ਔਲਖ, ਉਹਦੀ ਵੀ ਕੋਈ ਵੇਖ ਲਓ, ਉਹਦਾ ਘਮੰਡ ਨਹੀਂ ਮਾਣ। ਉਹਨੇ ਗਾਣਾ ਗਾਇਆ ਕਿ ਰਫਲਾਂ ਦੇ ਖੋਖੇ, ਤੇ ਉਹ ਕਹਿੰਦਾ ਚੱਕੀ ਉਹ ਵਕੀਲ ਫਿਰਦੇ। ਮੈਂ ਨੋਟਿਸ ਪਾਇਆ, ਉਹਦੇ ਕੋਲ ਜਵਾਬ ਨਹੀਂ ਲੱਭਾ ਹਾਲ ਤੱਕ। ਇੰਨਾ ਹੀ ਤੁਸੀਂ ਤਕੜੇ ਹੋ ਤੇ ਜਵਾਬ ਦਿਓ। ਹੁਣ ਪੈਣ ਲੱਗਾ ਕੋਰਟ 'ਚ ਕੇਸ, ਤਰੀਕਾ ਭੁਗਤਣਗੇ। ਕਰੋਨਾ ਮੜ ਜਾ ਠੀਕ ਹੋ ਜੇ, ਕੋਰਟਾਂ ਰੈਗੂਲਰ ਵਰਕਿੰਗ 'ਚ ਆ ਜਾਣ, ਉਦੋਂ ਕੇਸ ਪੈ ਜਾਣਾ ਮਲੇਸ਼ੀਅਸ ਪ੍ਰੋਸੀਕਿਊਸ਼ਨ ਤੇ ਬਾਕੀ ਡੈਫੇਮੇਸ਼ਨ ਦਾ ਵਕੀਲ ਕਮਿਊਨਿਟੀ ਵੱਲੋਂ। ਮੈਂ ਰਿਪਰੈਜ਼ੈਂਟੇਟਿਵ ਬਣ ਕੇ ਕਿੱਥੇ ਬਚਣਗੇ? ਕਿਹੜਾ ਵਕੀਲ ਇਹਨਾਂ ਦਾ ਸਾਥ ਦੇਵੇਗਾ? ਚਲੋ ਫਿਰ ਵੀ ਮੈਂ ਕਹਿੰਦਾ ਸਾਡੀ ਕਮਿਊਨਿਟੀ ਇੰਨੀ ਚੰਗੀ ਹੈ, ਕੋਈ ਨਾ ਕੋਈ ਵਕੀਲ ਫਿਰ ਇਹਨਾਂ ਦਾ ਕਾਨੂੰਨੀ ਪੱਖ ਰੱਖਣ ਲਈ ਸਾਥ ਦੇਵੇਗਾ, ਤੇ ਮੈਂ ਉਹਨੂੰ ਓਬਜੈਕਟ ਵੀ ਨਹੀਂ ਕਰਾਂਗਾ। ਪਰ ਫਿਰ ਵੀ ਜੋ ਇਹਨਾਂ ਨੇ ਗੰਦ ਬੋਲਿਆ, ਉਹਦੀ ਪਨਿਸ਼ਮੈਂਟ ਇਹਨਾਂ ਨੂੰ ਮਿਲੇਗੀ। ਕਾਨੂੰਨ ਦੇ ਰਸਤੇ ਬੜੇ ਵਧੀਆ ਨੇ, ਜਾਂਚ ਹੋਣੀ ਚਾਹੀਦੀ ਉੱਤੇ ਗੱਡੀ ਚਲਾਉਣ ਦੀ। ਤੇ ਅਸੀਂ ਚੱਲੀ ਜਾਂਦੇ ਪਏ ਅੱਗੇ ਹੌਲੀ ਹੌਲੀ ਚੱਲੀ ਜਾਂਦੇ ਪਏ। ਰੁਕਣ ਵਾਲੇ ਦਿਨ ਅਸੀਂ ਪੈਦਾ ਹੀ ਨਹੀਂ ਹੋਏ। ਸੋ ਲੜਾਈ ਲੜਾਂਗੇ, ਇਹ ਲੜਾਈ ਵੀ ਲੜਾਂਗੇ।
ਜਦ ਤੱਕ ਪਰਿਵਾਰ ਦੀ ਹਦਾਇਤਾਂ ਹੋਣਗੀਆਂ ਮੈਨੂੰ, ਮੇਰੀ ਪਰਸਨਲ ਲੜਾਈ ਨਹੀਂ ਹੈ, ਪਰ ਮੈਂ ਇਹਨੂੰ ਪਰਸਨਲ ਲੈ ਕੇ ਲੜ ਰਿਹਾ, ਉਹਨਾਂ ਦੀ ਰਿਸਪੈਕਟ ਨੂੰ ਲੈ ਕੇ ਲੜ ਰਿਹਾ। ਜਿਹੜੇ ਬੱਚੇ ਨੇ ਸਾਡੇ ਵੀਰ ਨੇ ਜਾਨ ਗਵਾਈ ਹੈ ਉਹਦੇ ਕਰਕੇ ਲੜ ਰਿਹਾ। ਔਰ ਉਸ ਪਰਿਵਾਰ ਨਾਲ ਮੇਰਾ ਵਾਅਦਾ ਹੈ ਕਿ ਮੈਨੂੰ ਅਖੀਰ ਤੱਕ, ਜਦ ਤੱਕ ਮੈਂ ਜੀਂਦਾ, ਮੇਰੀ ਪੀੜ੍ਹੀ ਜਦ ਤੱਕ ਹੈਗੀ ਹੈ, ਪਰਿਵਾਰਿਕ ਤੌਰ ਤੇ ਮਿਲਿਓ ਵਰਤਿਓ, ਉਹੀ ਮੈਨੂੰ ਫੀਸ 'ਚ ਆਸ਼ੀਰਵਾਦ ਚਾਹੀਦਾ। ਮੈਂ ਘਰ ਆਵਾਂ, ਰੋਟੀ ਖਾ ਕੇ ਜਾਵਾਂ, ਉਸ ਹੱਕ ਨਾਲ ਆਵਾਂ, ਬਸ ਉਹ ਹੱਕ ਦੇ ਦਿਓ ਛੋਟਾ ਜਿਹਾ। ਸੋ ਆਪਾਂ ਇਸ ਲਵਪ੍ਰੀਤ ਵੀਰ ਦੀ ਜਿਹੜੀ ਸ਼ਹਾਦਤ ਹੈ ਇਹਨੂੰ ਖਾਲੀ ਨਹੀਂ ਜਾਣ ਦਿੰਦੇ, ਨਹੀਂ ਜਾਣ ਦਿੰਦੇ। ਇਹ ਵਾਅਦਾ ਹੈ ਮੇਰਾ, ਜਨਤਾ ਨਾਲ ਵੀ ਵਾਅਦਾ ਹੈ, ਜਦ ਤੱਕ ਉਹ ਪਰਿਵਾਰ ਮੈਨੂੰ ਆਪਣੇ ਨਾਲ ਰੱਖੇਗਾ ਜਾਂ ਉਸ ਤੋਂ ਇਲਾਵਾ ਵੀ ਜੋ ਮੈਂ ਕਰ ਸਕਦਾ ਹੋਵਾਂਗਾ ਆਪਣੀ ਵਕਾਲਤ ਦੇ ਤੌਰ ਤੇ ਮੈਂ ਕਰਦਾ ਰਹਾਂਗਾ। ਇਹ ਮੇਰਾ ਵਾਅਦਾ ਹੈ। ਪਰਮਾਤਮਾ ਨੇ ਰਿਜ਼ਲਟ ਦੇਣਾ, ਅਸੀਂ ਉਹਦੇ ਅੱਗੇ ਅਰਦਾਸ ਕਰੀਏ। ਉਹਦੇ ਲਈ ਆਪਾਂ ਮੈਂ ਦਰਬਾਰ ਸਾਹਿਬ ਵੀ ਹੋ ਕੇ ਆਇਆ, ਉੱਥੋਂ ਵੀ ਆਸ਼ੀਰਵਾਦ ਲੈ ਕੇ ਆਇਆ, ਕਿਉਂਕਿ ਮੇਰਾ ਬਚਪਨ ਵੀ ਉੱਥੇ ਗੁਜ਼ਰਿਆ, ਮੇਰੀਆਂ ਉੱਥੇ ਆਂਦਰਾਂ ਜੁੜੀਆਂ। ਸਾਡਾ ਘਰ ਸਾਹਮਣੇ ਹੁੰਦਾ ਸੀ, ਅਸੀਂ ਖੇਡਦੇ ਰਹੇ ਉਹਦੀ ਪਰਿਕਰਮਾ 'ਚ, ਤੇ ਉਹਦਾ ਹੀ ਆਸ਼ੀਰਵਾਦ ਹੈ ਸ਼ਾਇਦ ਮੈਂ ਇੰਨਾ ਬਲੰਟ ਹਾਂ, ਡਰਦਾ ਨਹੀਂ। ਮੈਂ 3-4 ਸਾਲ ਅਸੀਂ ਉੱਥੇ ਰਹੇ ਹਾਂ, ਘਰ ਬਿਲਕੁਲ ਸਾਹਮਣੇ ਸੀ ਤੇ ਖੇਡਣ ਜਾਂਦੇ ਰਹੇ ਹਾਂ। ਸੋ ਮਹਾਰਾਜ ਦੇ ਘਰ 'ਚ ਰਹਿ ਕੇ ਬੜਾ ਕੁਝ ਆਸ਼ੀਰਵਾਦ ਮਿਲੇ ਨੇ। ਉਸੇ ਤਰ੍ਹਾਂ ਡਟ ਕੇ ਲੜਾਈ ਲੜਨੀ ਹੈ, ਲੜਾਈ 'ਚ ਕਮੀ ਨਹੀਂ ਵੇਖੋਗੇ, ਨੀਤ 'ਚ ਖੋਟ ਨਹੀਂ ਵੇਖੋਗੇ, ਮੇਰੇ ਜ਼ੋਰ 'ਚ ਕਿਤੇ ਕਮੀ ਨਹੀਂ ਵੇਖੋਗੇ। ਮੈਂ ਇਹੋ ਹੀ ਪ੍ਰੋਮਿਸ ਕਰ ਸਕਦਾ, ਰਿਜ਼ਲਟ ਕਾਨੂੰਨ ਦੀ ਕਿਤਾਬ ਮੁਤਾਬਕ ਮਿਲਣਾ। ਸੁਨੀਲ ਮੱਲਨ ਨੇ ਆਰਡਰ ਪਾਸ ਨਹੀਂ ਕਰਨਾ। ਸੁਨੀਲ ਮੱਲਨ ਨੇ ਜਾਂ ਵਾਰਨਿੰਗ ਦੇਣੀ ਹੈ ਕਿਸੇ ਨੂੰ, ਤੇ ਜਾਂ ਆਪਣੀ ਮਾਨਯੋਗ ਅਦਾਲਤ ਅੱਗੇ ਫਰਿਆਦ ਰੱਖਣੀ ਹੈ। ਉਹਦਾ ਅਧਿਕਾਰ ਹੈ, ਉਹ ਮੈਂ ਚੁੱਕਣ ਨਹੀਂ ਦੇਵਾਂਗਾ। ਜਦੋਂ ਜਿੱਥੇ ਜਿਸ ਚੀਜ਼ ਦੀ ਲੋੜ ਪਏਗੀ ਅਸੀਂ ਕਰਾਂਗੇ। ਪੁਲਿਸ ਮਹਿਕਮੇ ਦਾ ਵੀ ਸਾਥ ਦੇਵਾਂਗੇ। ਜਿੱਥੇ ਪੁਲਿਸ ਮਹਿਕਮਾ ਗਲਤ ਪਾਸੇ ਤੁਰੇਗਾ ਉਹਨੂੰ ਜੱਗ ਸਾਹਮਣੇ ਲੈ ਕੇ ਆਵਾਂਗੇ, ਸ਼ਰੇਆਮ ਨੰਗਾ ਕਰਾਂਗੇ, ਬਿਨਾਂ ਡਰੇ ਕਰਾਂਗੇ। ਜਿੱਥੇ ਸਾਡੇ ਨਾਲ ਕੋਈ ਧੱਕਾ ਜਾਂ ਬਦਤਮੀਜ਼ੀ ਹੋਏਗੀ ਉਹ ਵੀ ਜਨਤਾ ਦੀ ਅਦਾਲਤ 'ਚ ਲੈ ਆਈ ਜਾਏਗੀ। ਜੇ ਸਾਡੀ ਬੇਬਸੀ ਹੋਏਗੀ ਤਾਂ ਕੋਈ ਗੱਲ ਨਹੀਂ, ਪਰ ਅਦਾਲਤ 'ਤੇ ਸਾਨੂੰ ਮਾਣ ਹੈ, ਉੱਥੋਂ ਸਾਨੂੰ ਹੱਕ ਮਿਲਣਾ ਹੀ ਮਿਲਣਾ। ਕਲੀਅਰ ਆ। ਥੈਂਕ ਯੂ ਸਰ। ਸੋ ਇਹ ਸਨ ਸੁਨੀਲ ਮੱਲਨ ਜੀ, ਜਿਹੜੇ ਕਿ ਜਜ਼ਬਾਤੀ ਤੌਰ ਤੇ ਵੀ ਤੇ ਕਾਨੂੰਨੀ ਤੌਰ ਤੇ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰ ਦੇ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਜੋ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਅਹਿਮ ਯੋਗਦਾਨ ਹੈ ਵਕੀਲ ਸਾਹਿਬ ਦਾ। ਸੋ ਦੋਸਤੋ, ਇਸ ਦੇ ਨਾਲ ਹੀ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਫਿਲਹਾਲ ਇੰਨਾ ਹੀ। ਮਿਲਾਂਗੇ ਜਲਦ ਹੋਰ ਤਾਜ਼ਾ ਅਪਡੇਟ ਦੇ ਨਾਲ। ਉਨੇ ਸਮੇਂ ਤੱਕ ਲਈ ਤੁਸੀਂ ਬਣੇ ਰਹੋ ਲਿਮਟਿਡ ਗਿਆਨ ਦੇ ਨਾਲ, ਤੇ ਫਿਲਹਾਲ ਮੈਨੂੰ ਦਿਓ ਇਜਾਜ਼ਤ। ਥੈਂਕ ਯੂ, ਧੰਨਵਾਦ, ਟੇਕ ਕੇਅਰ। ਸਤਿ ਸ਼੍ਰੀ ਅਕਾਲ। ਫਿਰ ਬਸ ਉਸ ਪਰਿਵਾਰ ਨਾਲ ਜੁੜਿਆ, ਤੇ ਉਦੋਂ ਮੈਂ ਪ੍ਰਣ ਕਰਕੇ ਤੇ ਉਹਨਾਂ ਨੂੰ ਵੀ ਵਾਅਦਾ ਦੇ ਕੇ ਆਇਆ ਸੀ